पवन गुरु पाणी पिता माता धर्म महत दिल श्री रात दाई दाया मिले सगल जगत जगया बुरिया धर्म दूर करनी आपो अपनी के नेड़े के दूर जिनी नाम त्याया जय मस्वर्गत कार नानक ते मुकुंजले जिनी नाम त्याया नानक ते मुकुंजले एक ओंकार सतगुर प्रसाद गगन में थाल राव चंद
ਪੁਰੀ ਚੰਗੇਰੀ ਕਰਦੀ ਕੀਹਨ ਚੰਗੀ ਕਰ ਤੰਨਾ ਲੈ ਮੈਂ ਮੰਗੀ ਗੋਪਾਲ ਤੇਰਾ ਹਾਰਦਾ ਗੋਪਾਲ ਤੇਰਾ ਉਥੇ ਭਗਤ ਨ ਕੀਜੈ ਜੈ ਮਾਲਾ ਆਪਣੀ ਲੀਜੈ ਹਮਾ ਕੋ ਸੰਤਨ ਲੈਣਾ ਮੈਂ ਨਹੀਂ ਕਿਸੇ ਕਾ ਦੇਣਾ ਮੈਂ ਨਹੀਂ ਕਿਸੇ ਕਾ ਦੇਣਾ ਮੈਂ ਨਹੀਂ ਕਿਸੇ ਕਾ ਮਾਧੋ ਕੈਸੀ ਬਨੈ ਤੁਮ ਸੰਗੇ ਸੰਗੇ ਆਪਨ ਦੇਹ ਕਲੇ ਵ ਮੰਗੇ ਜੀ ਤੋ ਸਿਰ ਮੰਗੋ ਚੁਨਾ ਪਾਉ ਕੀਓ ਸੰਗ ਲੂਨਾ ਸਿਰ ਮੰਗੋ ਦਲੇ ਮੋਕੋ ਦੋਨੋਂ ਵਕਤ ਵਾਲੇ ਕਾਟ ਮੰਗੋ ਜਬਾਈ ਸਿਰ ਆਨਾ ਅਵਰਤ ਲਾਈ ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਲੈ ਜਨ ਖਿੰਦਾ ਮੈਂ ਨਾਹੀ ਕੀਤਾ ਲੱਭੋ ਕਿਤਨਾ ਤੇਰਾ ਮੈਂ ਖੱਪੋ ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ ਸਵਈਆ ਜਾਤੇ ਪ੍ਰਸੰਨ ਪਏ ਹੈ ਮਹਾਮ ਦੇਵਨ ਕਹਿਤਾ ਤੁਮੈ ਸੁਖ ਪਾਵੈ ਜਪ ਕਰੈਕ ਬੇਦਰ ਮੈਂ ਬਾਬੂ ਤਾਪ ਹਰੈ ਮਿਲ ਚੱਲ ਰਿਤਾ ਮਿਰਦੰਗ ਬੰਦਰ ਬਾਬੂਰੀ ਈਸ਼ਵਰ ਸਾਗ ਮਿਲਾਵੈ ਕਿੰਨਰ ਗੰਦਰ ਪੁਗਨ ਘਨੈ ਗਨ ਗਸੇ ਅਪਸਰ ਮਿਰਤ ਦਿਖਾਵੈ ਸਿਰਕ ਦਿਖਾਵੈ ਸੰਖਮ ਕੀ ਤੁਮ ਕਟਨ ਕੀ ਕਰ ਸੰਖਮ ਕੀ ਤੁਮ ਕਟਨ ਕੀ ਕਰ ਫੂਲਨ ਕੀ ਭਰ ਖਬਰ ਪਾਵੈ ਦਿਆਰਤੀ ਕੋਟ ਕਰੈ ਸੁਰ ਸੁੰਦਰ ਵੇਖ ਪੁਰੰਦਰ ਕੇ ਬਾਲ ਜਾਮੈ ਦਾਨਵ ਦਰਸ਼ਨ ਮੈਂ ਕੈ ਪ੍ਰਦਰਸ਼ਨ ਪਾਲ ਮੈਂ ਕੁੰਕਮ ਅਸ਼ਤ ਲਾਵੈ ਬਹੁਤ ਕੁਲਾਹਲ ਦੇ ਪੂਰੀ ਮਿਲ ਤੇ ਵਰਨ ਕੇ ਕੁਲ ਤੇਰੇ ਰੱਬ ਦੇ ਸਸ ਦੇ ਕਰੁਣਾ ਨਿਤ ਮੇਰੀ ਨੀ ਸੁਨ ਲੀਜੈ ਔਰ ਨਾ ਮੰਗ ਹੁਕਮ ਤੇ ਗਜ ਜਾਤ ਮੈਂ ਸੋਈ ਕੀਜੈ ਸਤਿ ਸਿਉ ਅਤ ਹੀਰਾਨ ਪੀਤਰ ਤੁਜ ਮਰਮ ਕਹਿ ਸਾਜ ਬੁੱਧੀਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਮ ਇਹ ਬਾਰ ਦੀਜੈ ਜੀ ਸੰਤ ਸਹਾਇ ਕਿਰਪਾ ਕਰ ਸਿਆਮ ਇਹ ਹੈ ਬਾਰ ਦੀਜੈ ਸਵਈਆ ਪਾਏ ਗਏ ਜਬ ਦੇ ਤੁਮਰੇ ਤਬ ਦੇ ਕੋ ਆਖ ਤਰੇ ਨਹੀਂ ਆਨੋ ਨਾਮ ਰਹੀ ਪੁਰਾਨ ਅਨੇਕ ਹੈ ਮਤ ਏਕ ਨ ਮਾਨੋ ਸਿਮਰਤ ਸ਼ਾਸਤਰ ਵੇਦ ਸਭੈ ਕੋ ਭੇਦ ਹੈ ਹਮ ਏਕ ਨ ਜਾਣੋ ਸ੍ਰੀ ਅਸਮਾਨ ਕੇ ਪਾਦ ਮਰੀ ਕਰ ਮੈਂ ਨਤੇ ਸਭ ਤੋ ਏਕ ਖਾਨੋ ਗੋਬਿੰਦਾ ਸਗਲ ਦਵਾਰ ਕੋ ਛਾੜ ਕੇ ਕਰਮ ਤੁਹਾਰ ਵਾਰ ਸਗਲ ਦਵਾਰ ਕੋ ਛਾੜ ਕੇ ਕਰਮ ਤੁਹਾਰ ਦਵਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਰੌਣ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਦਾਰ ਦਾ ਧਿਆਨ ਧਰਕੇ ਬੋਲੋ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਰਾਈ ਤੇ ਗਵਾਈ ਦੇਖ ਕੇ ਅੰਡਰ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ चित्तावन का सबका सर्व सुख होवै जहाँ जहाँ खालसा जी साहिब तहाँ तहाँ रशिया रियाय देख तेग फतेह बिरद की पैज पंथ की जीत श्री साहब जी सहाय खालसे जी के बोल वाले बोलो जी बोलो जी प्रथम सर्वत खालसा जी की अरदास है जी सर्वत खालसा जी को वाहिगुरु 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 चित्तावै चित्तावन का सदका सर्व सुख होवै जहाँ जहाँ खालसा जी साहिब तहाँ तहाँ रशिया रियाय देख तेग फतेह बिरद की पैज पंथ की जीत श्री साहब जी सहाय खालसे जी के बोल वाले बोलो जी बोलो जी ये अकाल पुरख अपने पंथ दे सदा सहाई दातार जियो श्री ननकाना ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਜੀ जब लौनी भाग लार दे तब लो भरमते फिरते बहुतायो कल घोर समुद्र में बूढ़त थे कबहू मिटह नहीं रे पछतायो तत् विचार यहे मथरा जगतारण को अवतार बनायो जप्यो जिन अर्जन देव गुरु फिर संकट जोन गर्भ न आयो जप्यो जिन अर्जन देव गुरु फिर संकट जोन गर्भ न आयो अकाल मूर्त वर पाया विनाशी ना कदे मरे न जाया ब्याह हुआ मेरे बाबला गुरमुखे हर पाया ब्याह हुआ मेरे बाबला गुरमुखे हर पाया ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਪਿੰਡ ਬਿਲਗਾ ਨਿਵਾਸੀ ਸਮੂਹ ਸਾਧ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੋ ਪਰਸੋਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਓਟ ਆਸਰਾ ਤੱਕ ਕੇ ਧੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਿਟਾਈ ਗੁਰਬਾਣੀ ਦਾ ਸ੍ਰੀ ਅਖੰਡ ਜਾਪ ਆਰੰਭ ਕੀਤਾ ਸੀ ਆਪ ਜੀ ਦੀ ਮਿਹਰ ਹੋਈ ਕਿਰਪਾਲਤਾ ਹੋਈ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ ਹੈ ਭੋਗ ਉਪਰੰਤ ਜਪਜੀ ਸਾਹਿਬ ਸੰਪੂਰਨ ਆਨੰਦ ਸਾਹਿਬ ਆਰਤੀ ਸ਼ਬਦ ਕੀਰਤਨ ਜੀ ਕੀ ਅਰਦਾਸ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਪਾਠੀ ਸਿੰਘਾਂ ਰਾਗੀ ਸਿੰਘਾਂ ਵੱਲੋਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ ਗੁਰਬਾਣੀ ਦਾ ਪ੍ਰਭਾਵ ਪਿੰਡ ਬਿਲਗਾ ਨਿਵਾਸੀ ਸਮੂਹ ਆਈ ਸਾਧ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਾਹਿਬ ਦੇ ਹਿਰਦਿਆਂ ਤੇ ਵਸਾਉਣਾ ਮਿਹਰ ਕਰਨੀ ਕਿਰਪਾ ਕਰਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਜਿੱਥੇ ਆਈਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਆਪ ਜੀ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀਓ ਵਿਆਹ ਪੁਰਬ ਨੂੰ ਸਮਰਪਿਤ ਪਿੰਡ ਬਿਲਗਾ ਨਿਵਾਸੀ ਸਮੂਹ ਸਾਧ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪ ਜੀ ਦੇ ਵਾਸਤੇ ਰਮਾਲਾ ਸਾਹਿਬ ਤੇ 21 ਪੌਂਡ ਪਾਠ ਸ੍ਰੀ ਅਖੰਡ ਪਾਠ ਸਾਹਿਬ ਲੰਗਰਾਂ ਦੀ ਸਮੁੱਚੀ ਭੇਟਾ 901 ਪੌਂਡ ਗੁਰੂ ਘਰ ਦੀਆਂ ਚਾਰੀਆਂ ਇਮਾਰਤਾਂ ਲਈ ਬਿਲਡਿੰਗ ਫੰਡ 501 ਪੌਂਡ
ਪਾਠੀ ਸਿੰਘਾਂ ਲਈ ਸੇਵਾ 50 ਪੌਂਡ ਹਾਜ਼ਰ ਕਰਦੇ ਨੇ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਈ ਸੋ ਖਜ਼ਾਨੇ ਭਰਪੂਰ ਕਰਨੇ। ਕਾਲ ਕੰਟਕ ਚੂਰ ਕਰਨਾ, ਭਜਨ ਬਾਣੀ ਦਾ ਪ੍ਰਤਾਪ, ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ। ਸੱਚੇ ਪਾਤਸ਼ਾਹ ਸਮੂਹ ਆਈਆਂ ਸਿੱਖ ਸੰਗਤਾਂ, ਸੇਵਾਦਾਰ ਸਮੂਹ ਪਿੰਡ ਬਿਲਗਾ ਨਿਵਾਸੀ ਸਿੱਖ ਸੰਗਤਾਂ ਦੇ ਹਿਰਦਿਆਂ ਤੇ ਨਾਮ ਦਾ ਪ੍ਰਕਾਸ਼, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਬਖਸ਼ਾਂ ਰਹਿਮਤਾਂ ਆਪ ਜੀ ਨੇ ਹੋਰ ਚੜ੍ਹਦੀਆਂ ਕਲਾਂ ਵਿੱਚ ਰੱਖਣਾ। ਹਰ ਮੈਦਾਨੇ ਫਤਿਹ ਹਰ ਪ੍ਰਕਾਰ ਨਾਲ ਸਹਾਇਤਾ ਕਰਨੀ। ਜਿੱਥੇ ਆਪ ਜੀ ਨੇ ਉਸ ਬਿਲਗਾ ਪਿੰਡ ਨੂੰ 7 ਕੁਲੀਆਂ ਤੋਂ 7 ਪੰਡੀਆਂ ਦਾ ਮਹਾਨਗਰ ਬਣਾਇਆ, ਉੱਥੇ ਸੱਚੇ ਪਾਤਸ਼ਾਹ ਸਮੂਹ ਜੀਆਂ ਦੇ ਸਿੱਖ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਪਿੰਡ ਬਿਲਗਾ ਨਿਵਾਸੀ ਸਮੂਹ ਆਈਆਂ ਸੰਗਤਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ, ਕਾਰੋਬਾਰ ਵੀ ਤਰੱਕੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ, ਬੱਚਿਆਂ ਨੂੰ ਸਿਹਤ ਜਾਬੀਆਂ ਤੰਦਰੁਸਤੀਆਂ, ਵਿਦਿਆ ਦੀਆਂ ਦਾਤਾਂ, ਹਰ ਮੈਦਾਨੇ ਹਰ ਪ੍ਰਕਾਰ ਸਹਾਇਤਾ ਕਰਨੀ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਨਾਲ ਹੀ ਸਮੂਹ ਬੀਬੀਆਂ ਅਤੇ ਸਾਧ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀਓ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 431 ਪੌਂਡ ਹਾਜ਼ਰ ਕਰਦੇ ਨੇ। ਬਿਲਡਿੰਗ ਫੰਡ ਲਈ ਸੇਵਾ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਿਸ਼ ਕਰਨਾ। ਦਰਬਾਰਾ ਸਿੰਘ ਜੀ ਰਾਏ ਵਿਆਹ ਦੀ ਖੁਸ਼ੀ ਵਿੱਚ 11 ਪੌਂਡ, ਹਰਜਿੰਦਰ ਸਿੰਘ ਜੀ ਵਿਆਹ ਦੀ ਖੁਸ਼ੀ ਵਿੱਚ ਸੇਵਾ 10 ਪੌਂਡ। ਸੱਚੇ ਪਾਤਸ਼ਾਹ ਜੋ ਆਪ ਜੀ ਦੇ ਦਰ ਤੇ ਜਿੱਥੇ ਕਿ ਲੇਟ ਜੋਗਿੰਦਰ ਸਿੰਘ ਜੀ ਬੀਬੀ ਸੁਰਿੰਦਰ ਕੌਰ ਦੇ ਪਰਿਵਾਰ ਵੱਲੋਂ ਬਿਲਡਿੰਗ ਫੰਡ ਲਈ ਸੇਵਾ 21 ਪੌਂਡ, ਬੀਬੀ ਸੁਰਿੰਦਰ ਕੌਰ ਜੀ ਬਿਲਡਿੰਗ ਫੰਡ 20 ਪੌਂਡ, ਬੀਬੀ ਸਰਦਾਰ ਸ਼ਪਾਲ ਸਿੰਘ ਜੀ ਬੀਬੀ ਅਮਨਦੀਪ ਕੌਰ ਜੀ। ਸੱਚੇ ਪਾਤਸ਼ਾਹ ਦੋਨਾਂ ਦੇ ਪਿਆਰ ਵਿੱਚ ਆਪ ਜੀ ਨੇ ਵਾਅਦਾ ਕਰਨਾ। ਹਰ ਮੈਦਾਨੇ ਫਤਿਹ ਹਰ ਪ੍ਰਕਾਰ ਨਾਲ ਸਹਾਇਤਾ ਕਰਨੀ। ਗੁਰੂ ਘਰ ਦੀਆਂ ਚਾਰੀਆਂ ਇਮਾਰਤਾਂ ਲਈ ਬਿਲਡਿੰਗ ਫੰਡ 100 ਪੌਂਡ, ਗੁਪਤ ਪਰਿਵਾਰ ਵੱਲੋਂ ਬਿਲਡਿੰਗ ਫੰਡ 80 ਪੌਂਡ, ਕੇਵਲ ਸਿੰਘ ਜੀ ਬੀਬੀ ਜੋਗਿੰਦਰ ਕੌਰ ਜੀ ਕਲਸੀ ਗੁਰੂ ਘਰ ਦੀਆਂ ਚਾਰੀਆਂ ਇਮਾਰਤਾਂ ਲਈ ਬਿਲਡਿੰਗ ਫੰਡ 100 ਪੌਂਡ, ਦਰਸ਼ਨ ਸਿੰਘ ਜੀ ਬਿਲਡਿੰਗ ਫੰਡ 200 ਪੌਂਡ, ਦਵਿੰਦਰ ਸਿੰਘ ਜੀ ਬਿਲਡਿੰਗ ਫੰਡ 80 ਪੌਂਡ, ਗਰਲੀਨ ਕੌਰ ਜੀ ਬਿਲਡਿੰਗ ਫੰਡ 51 ਪੌਂਡ, ਚਰਨਜੀਤ ਸਿੰਘ ਜੀ ਸਮਰਾ ਆਪ ਜੀ ਦੇ ਦਰ ਤੇ ਸੱਚੇ ਪਾਤਸ਼ਾਹ ਜੀਓ ਦੇਗਲੀ ਸੇਵਾ ਦੇ ਖਜ਼ਾਨੇ ਵਿੱਚ ਭੇਟ ਕਰਨ 5 ਪੌਂਡ, ਬੀਬੀ ਗੁਰਦੇਵ ਕੌਰ ਜੀ ਵਿਆਹ ਦੀ ਖੁਸ਼ੀ ਵਿੱਚ ਸੇਵਾ 10 ਪੌਂਡ, ਹਰਭਜਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਵਿਆਹ ਪੁਰਬ ਦੀ ਖੁਸ਼ੀ ਵਿੱਚ ਸੇਵਾ 30 ਪੌਂਡ, ਰਣਜੋਤ ਸਿੰਘ ਜੀ ਬੀਬੀ ਮਨਦੀਪ ਕੌਰ ਜੀ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੇਵਾ 10 ਪੌਂਡ, ਗੋਬਰਦਾਨ ਵਿਆਹ ਪੁਰਬ ਦੀ ਖੁਸ਼ੀ ਵਿੱਚ ਸੇਵਾ 10 ਪੌਂਡ, ਸਰਦਾਰ ਗਿਆਨ ਸਿੰਘ ਜੀ ਬੀਬੀ ਸੁਰਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ 50 ਪੌਂਡ ਅਤੇ ਗ੍ਰੰਥੀ ਸਿੰਘਾਂ ਵਾਸਤੇ 5 ਪੌਂਡ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਜੀਓ ਇਸੇ ਤਰ੍ਹਾਂ ਬੀਬੀ ਕੁਲਵਿੰਦਰ ਕੌਰ ਜੀ ਗੁਰੂ ਘਰ ਦੀਆਂ ਚਾਰੀਆਂ ਇਮਾਰਤਾਂ ਲਈ ਬਿਲਡਿੰਗ ਫੰਡ 100 ਪੌਂਡ ਹਾਜ਼ਰ ਕਰਦੇ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਈ ਸੋ ਖਜ਼ਾਨੇ ਭਰਪੂਰ ਕਰਨੇ। ਸਮੂਹ ਸਿੱਖ ਸੰਗਤਾਂ ਦੀਆਂ ਭਟਾਵਾਂ ਦਰ ਪ੍ਰਵਾਨ ਕਰਕੇ ਦਰੋ ਕਰੋ ਨਾਮ ਦੀਆਂ ਦਾਤਾਂ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਤੰਦਰੁਸਤੀਆਂ ਚੜ੍ਹਦੀ ਕਲਾ ਦਾ ਜੀਵਨ ਹਰ ਮੈਦਾਨੇ ਫਤਿਹ ਹਰ ਪ੍ਰਕਾਰ ਸਹਾਇਤਾ ਕਰਨੀ। ਭਾਈ ਦਵਿੰਦਰ ਸਿੰਘ ਜੀ ਗੁਰੂ ਘਰ ਦੇ ਸਟੇਜ ਸੈਕਟਰੀ ਉਹਨਾਂ ਵੱਲੋਂ ਦੇਗ ਲਈ ਸੇਵਾ 11 ਪੌਂਡ ਹਾਜ਼ਰ ਕਰਦੇ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਈ ਸੋ ਖਜ਼ਾਨੇ ਭਰਪੂਰ ਕਰਨੇ। ਕਾਲ ਕੰਟਕ ਚੂਰ ਭਜਨ ਬਾਣੀ ਦਾ ਪ੍ਰਤਾਪ ਹਰ ਮੈਦਾਨੇ ਫਤਿਹ ਹਰ ਪ੍ਰਕਾਰ ਸਹਾਇਤਾ ਕਰਨੀ। ਸੱਚੇ ਪਾਤਸ਼ਾਹ ਜੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਨੂੰ ਸਮੂਹ ਸਿੱਖ ਸੰਗਤਾਂ ਨੂੰ ਪਿਆਰ ਇਤਫਾਕ ਚੜ੍ਹਦੀਆਂ ਕਲਾਂ ਦਾ ਜੀਵਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿਆਹ ਪੁਰਬ ਤੇ ਆਈਆਂ ਹੋਈਆਂ ਸਮੂਹ ਸਿੱਖ ਸੰਗਤਾਂ ਦੇ ਵਾਅਦੇ, ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ, ਨਾਮ ਬਾਣੀ ਦਾਤਾਂ, ਸਿੱਧ ਜਾਬੀਆਂ ਤੰਦਰੁਸਤੀਆਂ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਜੀ। ਹਰ ਮੈਦਾਨੇ ਫਤਿਹ ਹਰ ਪ੍ਰਕਾਰ ਵਿੱਚ ਸੁਖ ਸ਼ਾਂਤੀ ਤੰਦਰੁਸਤੀਆਂ, ਬੱਚਿਆਂ ਨੂੰ ਸਿੱਧ ਜਾਬੀਆਂ, ਹਰ ਮੈਦਾਨੇ ਹਰ ਪ੍ਰਕਾਰ ਸਹਾਇਤਾ ਕਰਨੀ। ਇਸ ਵਕਤ ਆਪ ਜੀ ਦੇ ਦਰ ਤੇ ਪਿੰਡ ਬਿਲਗਾ ਨਿਵਾਸੀ ਸਮੂਹ ਸਾਧ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪ ਜੀ ਦੇ ਦਰ ਤੇ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੀ ਰਸਨੀ ਲਾਇਕ ਹੋਵੇ। ਪ੍ਰਕਾਰ ਕੋ ਜਿਨ ਕੋ ਕੀਏ ਬਹੁ ਬਿਨ ਮਿਸਕਾਏ, ਕਰੀ ਪਾਕਸ਼ਾਲ ਸੋਚ ਪਿਤਰਾ ਹੁਣ ਲਾਵੋ ਭੋਗ ਹਰਾਏ। ਸ਼ੀਲ ਪ੍ਰਸਾਦ ਜੋ ਵੀ ਛਕੇ ਆਪ ਜੀ ਦੇ ਨਾਮ ਨਾਲ ਜੁੜ ਸਕੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਜੀ। ਅੱਖਰ ਵਾਧਾ ਘਾਟਾ ਭੁਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਚਿੱਟਿਆਂ ਬਾਜਾਂ ਵਾਲੇ ਕਲਗੀਧਰ ਦਸਵੇਂ ਪਿਤਾ ਜੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਲਵਾਈਏ ਗੁਰੂ ਚਰਨਾਂ ਵਿੱਚ ਹਾਜ਼ਰੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪ ਜੀ ਨੂੰ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਸੋਂ ਰੋਜ਼ ਤੋਂ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਏ ਸਨ, ਜਿਨ੍ਹਾਂ ਦੇ ਨਿਵਰਤਾ ਸਹਿਤ ਭੋਗ ਪਏ ਨੇ। ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਸੋ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਹੀ ਸਾਰੀ ਪ੍ਰਬੰਧਕ ਕਮੇਟੀ ਤੇ ਦਾਸ ਨੇ ਵੀ ਇਹ ਦੇਖਿਆ ਕਿ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਏ, ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਨੇ ਅਣਥੱਕ ਸੇਵਾ ਕੀਤੀ ਹੈ। ਸੋ ਗੁਰੂ ਮਹਾਰਾਜ ਇਹਨਾਂ ਨੂੰ ਇਸੇ ਹੀ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸੇਵਾਦਾਰਾਂ ਨੂੰ ਇਸੇ ਹੀ ਤਰ੍ਹਾਂ ਸੇਵਾ ਦਾ ਮੌਕਾ ਦਿੰਦੇ ਰਹਿਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਹੀ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਹੋਏ ਆਪਣੇ ਜੀਵਨ ਨੂੰ ਸਫਲਾ ਕਰੀਏ। ਸੋ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਦੇ ਅਣਥੱਕ ਸੇਵਾਦਾਰ ਸਰਦਾਰ ਪਾਲ ਸਿੰਘ ਹੋਣਾ ਨੂੰ ਕਿ ਉਹ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰੂਪਾਂ ਦੀ ਬਖਸ਼ਿਸ਼ ਪ੍ਰਾਪਤ ਕਰਨ। ਸੋ ਸਾਧ ਸੰਗਤ ਜੀ, ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਲਗਾ ਨਿਵਾਸੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਜਿੱਥੇ ਸ਼ੁੱਕਰਵਾਰ ਸ਼ਾਮ ਅਤੇ ਕੱਲ੍ਹ ਦੇ ਸ਼ਾਮ ਦੇ ਦੀਵਾਨ ਸਜਾਏ ਸਨ। ਸੋ ਮੈਂ ਇੱਕ ਵਾਰ ਫਿਰ ਪ੍ਰਬੰਧਕ ਕਮੇਟੀ ਵੱਲੋਂ ਬਿਲਗਾ ਨਿਵਾਸੀਆਂ ਨੂੰ ਅਤੇ ਸਮੂਹ ਸਾਧ ਸੰਗਤ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਹੈ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਗੁਰੂ ਨੇ ਗਿਆਨ ਪ੍ਰਚੰਡ ਕਰ ਦਿੱਤਾ ਹੈ ਇਹਦੇ ਵਿੱਚ, ਪਰ ਅਗਿਆਨਤਾ ਨਹੀਂ, ਵਹਿਮ ਭਰਮ ਨਹੀਂ ਕੋਈ ਵੀ। ਸੇ ਗੁਰਮਤਿ ਨਾਲ ਜੁੜਿਆ ਹੈ, ਗੁਰਬਾਣੀ ਨਾਲ ਜੁੜਿਆ ਹੈ। ਆਓ ਅੱਜ ਦੀ ਵਿਚਾਰ ਵਿੱਚ ਗੁਰੂ ਰਾਮਦਾਸ ਜੀ ਪਾਤਸ਼ਾਹ, ਜਿਹੜੇ ਆਪ ਇਸ ਵਿਆਹ ਵਿੱਚ ਸ਼ਾਮਲ ਨਹੀਂ ਹੋਏ ਸਨ, ਕਿਉਂਕਿ ਗੁਰੂ ਰਾਮਦਾਸ ਜੀ ਪਾਤਸ਼ਾਹ ਉਸ ਵਕਤ ਭਾਵ ਜੋਤੀ ਜੋ ਸਮਾ ਕੇ ਗੁਰੂ ਅਰਜਨ ਦੇਵ ਜੀ ਗੁਰੂ ਦੇ ਰੂਪ ਵਿੱਚ ਇਸ ਬਰਾਤ ਵਿੱਚ ਆਏ, ਬਰਾਤ ਲੈ ਕੇ ਆਏ ਤੇ ਮੌਹ ਦੀ ਧਰਤੀ ਤੇ ਆਨੰਦ ਕਾਰਜ ਹੋਇਆ ਹੈ। ਪਾਤਸ਼ਾਹ ਨੇ ਅੱਜ ਬਖਸ਼ਿਸ਼ ਕੀਤੀ ਹੈ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ ਆਗ ਗੁਰੂ ਜੀ। ਸਾਰੇ ਗੁਰੂ ਨੂੰ ਧੰਨ ਕਹੋ, ਸਾਰੇ ਕੋ ਸਤਨਾਮ ਸ੍ਰੀ ਅਕਾਲ। ਬਿਲਗਾ ਦੀ ਧਰਤੀ ਨੂੰ ਪਵਿੱਤਰ ਕੀਤਾ, 7 ਕੁਲੀਆਂ ਤੋਂ 7 ਪੱਟੀਆਂ ਬਣੀਆਂ। ਅੱਜ ਪੰਜਾਬ ਦਾ ਜਿਹੜਾ ਕਿ ਸਭ ਤੋਂ ਵੱਡਾ ਨਗਰ ਹੈ, ਪਿੰਡ ਹੈ, ਪਿੰਡਾਂ ਵਿੱਚੋਂ ਪਿੰਡ ਬਿਲਗਾ ਹੈ। ਕਿਉਂਕਿ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਅਗਲਾ ਪ੍ਰੋਗਰਾਮ ਆਪ ਜੀ ਨੂੰ ਗੁਰੂ ਘਰ ਦੇ ਸਟੇਜ ਸੈਕਟਰੀ ਭਾਈ ਜਵਿੰਦਰ ਸਿੰਘ ਜੀ ਦਰਸਾਉਣਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰੀ ਫਿਰ ਆਪ ਜੀ ਨੂੰ ਵਿਆਹ ਪੁਰਬ ਦੀਆਂ ਪਿੰਡ ਬਿਲਗਾ ਨਿਵਾਸੀ ਸਮੂਹ ਸੰਗਤਾਂ ਆਇਆਂ ਨੂੰ ਬਹੁਤ ਬਹੁਤ ਵਧਾਈਆਂ। ਗੁਰਸਿੱਖਾਂ ਮਨ ਵਧਾਈਆਂ ਜੀ ਦੀ ਮੇਰਾ ਸਤਿਗੁਰ ਡਿਠਾ ਰਾਮ ਰਾਜ ਜੀ। ਬੁਲਾਓ ਫਤਿਹ ਦਿਓ, ਸੀਸ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਸਮੂਹ ਸੰਗਤ ਬਿਲਗਾ ਨਿਵਾਸੀਆਂ ਨੇ ਆਰੰਭ ਕਰਾਏ ਸਨ, ਉਹਨਾਂ ਦੇ ਆਪਾਂ ਅੱਜ ਭੋਗ ਪਏ ਨੇ, ਭੋਗ ਸਾਰਵਣ ਕੀਤੇ ਤੇ ਨਾਲ ਦੀ ਨਾਲ ਸਮੁੱਚੇ ਨਗਰ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਿੱਥੇ ਤਿੰਨੇ ਦਿਨ ਇਹਨਾਂ ਪਰਿਵਾਰਾਂ ਨੇ ਸੇਵਾ ਕਰਕੇ ਗੁਰੂ ਦੀ ਬਾਣੀ ਸਰਵਣ ਕੀਤੀ ਤੇ ਗੁਰੂ ਘਰ ਦੇ ਵਿੱਚ ਲੰਗਰਾਂ ਦੀਆਂ ਹੋਰ ਸੇਵਾਵਾਂ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਉੱਥੇ ਨਾਲ ਦੀ ਨਾਲ ਗੁਰੂ ਘਰ ਦੇ ਵਜ਼ੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਤਿੰਨੇ ਦਿਨ ਗੁਰੂ ਮਹਾਰਾਜ ਦੀ ਬਾਣੀ ਸਰਵਣ ਕਰਾ ਕੇ ਸੰਗਤਾਂ ਕੋਲੋਂ ਲਾਹਾ ਕੱਟਿਆ ਹੈ, ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਤੇ ਨਾਲ ਦੀ ਨਾਲ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ 2-4 ਬੇਨਤੀਆਂ ਦੱਸਣੀਆਂ ਹਨ ਆਪ ਜੀ ਨੂੰ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਕਰੋਨਾ ਤੋਂ ਪਹਿਲਾਂ ਬਿਲਡਿੰਗ ਦਾ ਕੰਮ ਸ਼ੁਰੂ ਹੋਇਆ ਸੀ, ਹੁਣ ਨੀਅਰਲੀ ਨੇੜੇ ਹੈ, 1-1.5 ਮਹੀਨੇ ਦੇ ਵਿੱਚ ਬਿਲਡਿੰਗ ਤਿਆਰ ਹੋ ਕੇ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ, ਸੰਗਤਾਂ ਦੇ ਸਪੁਰਦ ਕੀਤੀ ਜਾਊਗੀ। ਸਤਿਗੁਰੂ ਜੀ ਦੀ ਕੀਰਤੀ ਵਿੱਚ ਲੱਗ ਜਾਵੇ, ਜਨਮ ਸਫਲਾ ਕਰਨ ਵਾਸਤੇ ਸਤਿਗੁਰੂ ਜੀ ਨੇ ਬਖਸ਼ੀਆਂ ਜੁਗਤੀਆਂ ਆਪਾਂ ਉਸ ਰਾਹ ਦੇ ਉੱਤੇ ਤੁਰ ਸਕੀਏ। ਸਭ ਤੋਂ ਪਹਿਲਾਂ ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣੀ ਹੈ, ਫਤਿਹ ਬੁਲਾਉਣੀ ਹੈ।
ਮਾਤਾਓ, ਬੀਬੀਓ, ਭੈਣੋ, ਬੱਚਿਓ, ਬਜ਼ੁਰਗੋ, ਵੀਰੋ, ਇੱਕ ਇੱਕ ਪਲ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਹੋਇਆ ਤਾਂ ਸਫਲ ਹੋ ਸਕਦਾ ਹੈ ਜੇ ਸਾਡੀ ਬਿਰਤੀ, ਸਾਡੀ ਇਕਾਗਰਤਾ ਸਤਿਗੁਰੂ ਜੀ ਦੇ ਵੱਲ ਧਿਆਨ ਹੋਵੇ। ਤਾਂ ਵਿਆਹ ਪੁਰਬ ਮਨਾ ਰਹੇ ਹਾਂ ਤੇ ਸਥਾਨ ਸਤਿਗੁਰੂ ਜੀ ਦਾ ਹੈ, ਬਾਬਾ ਸੰਗ ਜੀ ਦੇ ਨਾਮ ਤੇ ਸਥਾਨ ਹੈ ਤੇ ਉਸ ਵਿਆਹ ਵਿੱਚ ਵੀ ਸ਼ਿਰਕਤ ਕੀਤੀ ਬਾਬਾ ਢੇਸੀ ਸੰਗ ਜੀ ਨੇ। ਉਹਨਾਂ ਦਾ ਸਥਾਨ ਬਣ ਰਿਹਾ ਹੈ। ਜਿਸ ਮਾਈ ਭਾਈ ਵੀਰ ਕੋਲੋਂ ਜਿੰਨਾ ਵੀ ਸਰਦਾ ਦਿਲ ਫੁੱਲ ਆਪਾਂ ਬਿਲਡਿੰਗ ਵਾਸਤੇ ਪਾਉਣਾ, ਸਭ ਤੋਂ ਪਹਿਲਾਂ ਉੱਠ ਕੇ ਪਾ ਦਿਓ, ਕਿਉਂਕਿ ਬਾਰ-ਬਾਰ ਪੌਣ ਨਾ ਰੱਖਿਓ, ਖੁੱਲੇ ਨੋਟ ਰੱਖਿਓ। ਆਪਾਂ ਸਤਿਗੁਰੂ ਦੀ ਸੇਵਾ ਕਰਨੀ ਆ ਤੇ ਖੁਸ਼ੀ ਲੈਣੀ ਆ, ਖੁਸ਼ੀਆਂ ਲੈਣੀਆਂ। ਆਓ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਸਤਿਗੁਰੂ ਜੀ ਦੇ ਗੁਣ ਗਾਉਂਦਿਆਂ ਹੋਇਆਂ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਬੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰੂ ਦਰਸ਼ਨ ਦੇਖ ਨਿਹਾਲੀ। ਸਤਿਗੁਰੂ ਜੀ ਧੰਨ ਪਾਤਸ਼ਾਹ, ਆਪ ਜੀ ਤੋਂ ਬਗੈਰ ਹੋਰ ਸਾਡਾ ਕੋਈ ਨਹੀਂ ਹੈ। ਸਤਿਗੁਰੂ ਜੀ ਦਾ ਵਿਆਹ ਮੁਕਰਰ ਹੋਇਆ ਹੈ ਮਾਤਾ ਗੰਗਾ ਜੀ ਦੇ ਨਾਲ। ਕਿਉਂਕਿ ਸਮਾਂ ਥੋੜਾ ਹੋਣ ਕਰਕੇ ਮੈਂ ਸ਼ਾਰਟਕਟ ਪ੍ਰਕਰਮ ਰੱਖਣਾ ਹੈ ਤੇ ਆਪ ਜੀ ਸੰਗਤਾਂ ਦੇ ਨਾਲ ਹਾਜ਼ਰੀ ਭਰਨੀ ਹੈ ਜ਼ਰੂਰ। ਮਾਤਾ ਗੰਗਾ ਜੀ ਉਡੀਕਦੇ ਨੇ ਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਮਿਲ ਕੇ ਪਿੰਡ ਵਿੱਚ ਆਸਣ ਲਾਇਆ ਹੈ। ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ ਨੇ ਬਿਲਗਾ ਨਿਵਾਸੀਆਂ ਨੇ। ਅੱਜ ਆਪ ਜੀ ਵੱਡੇ ਘਰ ਵਿੱਚ ਵਧਾਈਆਂ ਦੇਣ ਆਏ ਹੋ ਪਿਆਰਿਓ। ਇਸ ਵੱਡੇ ਘਰ ਨੂੰ ਵਧਾਈਆਂ ਦੇਣ ਲਈ ਆਏ ਹੋ, ਖੁਸ਼ੀਆਂ ਲੈਣ ਲਈ ਆਏ ਹੋ ਤੇ ਸਤਿਗੁਰੂ ਜੀ ਨੇ ਝੋਲੀਆਂ ਭਰਨੀਆਂ ਨੇ ਤੁਹਾਡੀਆਂ। ਮੰਗਣਾ ਕੀ ਹੈ? ਨਾਮ। ਜਿਹੜਾ ਸਤਿਗੁਰੂ ਜੀ ਦੇ ਨਾਮ ਨਾਲ ਜੁੜ ਗਿਆ ਉਹਨੇ ਸਾਰੀਆਂ ਦਾਤਾਂ ਪਾ ਲਈਆਂ। ਜਿਹਨੇ ਦਾਤੇ ਨੂੰ ਮੰਗ ਲਿਆ ਉਹਨੂੰ ਦਾਤਾਂ ਦੀ ਘਾਟ ਨਹੀਂ ਰਹਿੰਦੀ। ਫਿਰ ਸਤਿਗੁਰੂ ਜੀ ਕਹਿੰਦੇ ਆ ਮੈਂ ਲੈ ਚੱਲਾਂ ਤੁਹਾਨੂੰ ਉੱਥੇ ਜਿੱਥੇ ਮਾਤਾ ਜੀ ਉਡੀਕਦੇ ਨੇ ਤੇ ਸਤਿਗੁਰੂ ਜੀ ਕਿਹੜੀ ਘੜੀ ਆਉਣ ਸਾਡਾ ਆਨੰਦ ਕਾਰਜ ਹੋਵੇ। ਦਰਸ ਦਿਖਾ ਜਾਵੀਂ ਮੇਰੇ ਸਤਿਗੁਰ ਪਿਆਰੇ, 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 ਮੇਰੇ ਸਤਿਗੁਰ ਪਿਆਰੇ
ਤੇ ਹੋਰ ਸੰਤ ਮਹਾਪੁਰਸ਼ ਸਾਧੂ ਸਤਿਗੁਰੂ ਜੀ ਦੇ ਨਾਲ ਹਨ ਤੇ ਪਿੰਡ ਚੌਧਰੀਆਂ ਦਾ ਹੈ। ਚੌਧਰੀਆਂ ਨੇ ਸਲਾਹ ਕੀਤੀ ਇਹ ਕੋਈ ਬਰਾਤ ਵਾਲਾ ਢੰਗ ਨਹੀਂ ਹੈ, ਇਹ ਲਾੜਾ ਵਿਆਹਣ ਆਇਆ ਹੈ, ਇਹ ਲੱਗਦਾ ਨਹੀਂ ਕੋਈ ਬਰਾਤੀ, ਇਹ ਬਰਾਤ ਵਾਲਾ ਢੰਗ ਨਹੀਂ ਨਜ਼ਰ ਆ ਰਿਹਾ। ਆਪਾਂ ਇੰਜ ਕਰੀਏ ਇਹਨਾਂ ਨੂੰ ਵਾਪਸ ਕਰ ਦਈਏ, ਵਾਪਸ ਮੋੜ ਦਈਏ, ਲੜਕੀ ਦਾ ਵਿਆਹ ਨਹੀਂ ਕਰਨਾ ਇਹਨਾਂ ਦੇ ਨਾਲ। ਤੇ ਸਤਿਗੁਰੂ ਜੀ ਨੂੰ ਸੁਨੇਹਾ ਪਹੁੰਚਾਇਆ ਗਿਆ ਮਾਤਾ ਗੰਗਾ ਜੀ ਦੇ ਪਿਤਾ ਦੇ ਨਾਲ ਸਲਾਹ ਕਰਕੇ ਕਿ ਸਾਡੇ ਪਿੰਡ ਦਾ ਰਿਵਾਜ ਹੈ ਕਿ ਜਦੋਂ ਲਾੜਾ ਲੜਕੀ ਨੂੰ ਵਿਆਹਣ ਆਉਂਦਾ ਹੈ ਤੇ ਕਿੱਲਾ ਪੱਟਦੇ ਹਨ ਤੇ ਇੱਕ ਵੱਡਾ ਦਰਖਤ ਜੰਡ ਦਾ ਉੱਪਰੋਂ ਛਿਲ ਘੜ ਕੇ ਉਹਦਾ ਕਿੱਲਾ ਬਣਾ ਦਿੱਤਾ, ਥੱਲੇ ਜੰਡ ਦੀਆਂ ਜੜ੍ਹਾਂ ਸਨ। ਸਤਿਗੁਰ ਜਾਣੀ ਜਾਣ ਕੀ ਨਹੀਂ ਜਾਣਦਾ, ਸਤਿਗੁਰ ਦਿਲਾਂ ਦੀਆਂ ਜਾਣਦਾ। ਆਪਾਂ ਕੀ ਭਾਵਨਾ ਲੈ ਕੇ ਸਤਿਗੁਰ ਦੇ ਚਰਨਾਂ ਵਿੱਚ ਆਉਂਦੇ ਹਾਂ। ਸਤਿਗੁਰੂ ਜੀ ਅਰਦਾਸ ਤੁਹਾਡੀ ਘਰੋਂ ਸੁਣ ਲੈਂਦੇ, ਤੁਹਾਡੇ ਮਨ ਵਿੱਚ ਕੀ ਹੈ, ਸੱਚੀ ਭਾਵਨਾ ਹੋਣੀ ਚਾਹੀਦੀ। ਤੇ ਸਤਿਗੁਰੂ ਜੀ ਉਹਨਾਂ ਦਾ ਕਪਟ ਜਾਣਦੇ ਸਨ। ਸਤਿਗੁਰੂ ਜੀ ਆਖਦੇ, ਸਤਿਗੁਰੂ ਜੀ ਨੂੰ ਸੁਨੇਹਾ ਪਹੁੰਚਿਆ, ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ, ਉਹ ਪਿਆਰਿਓ ਸਤਿਗੁਰੂ ਗੁਰੂ ਪੀਰਾਂ ਕੋਲੋਂ ਕਿੱਲਾ ਲਗਵਾਈਦਾ ਹੈ, ਪਟਾਈਦਾ ਨਹੀਂ। ਇਹ ਜੜਾਂ ਪੱਟੀਆਂ ਜਾਂਦੀਆਂ ਨੇ, ਜੇਕਰ ਕਿੱਲਾ ਪਟਾਉਣ ਦੀ ਰਸਮ ਤੁਹਾਡੇ ਹੈ ਇਹ ਬੰਦ ਕਰ ਦੇਵੋ। ਸਤਿਗੁਰੂ ਜੀ ਨੇ ਭਾਵਨਾ ਦੇਖੀ, ਕੂੜ ਕਪਟ ਹੰਕਾਰ ਨਾਲ ਭਰੀ ਪੰਡ ਸਿਰ ਦੇ ਉੱਤੇ ਲੱਦੀ ਪਈ ਆ। ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਜੀ ਜੇ ਇਹ ਚਾਹੁੰਦੇ ਹਨ ਤੇ ਆਪਾਂ ਕਿੱਲਾ ਜ਼ਰੂਰ ਪੱਟਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਨੇ ਘੋੜਾ ਮੰਗਵਾਇਆ, ਮਾਰ ਕੇ ਪਲਾਕੀ ਸਤਿਗੁਰੂ ਜੀ ਘੋੜੇ ਤੇ ਬੈਠੇ ਨੇ। ਨੇਜੇ ਬਾਜੀ ਦੇ ਧਨੀ ਸਨ ਸਤਿਗੁਰੂ। ਸਤਿਗੁਰੂ ਅਕਾਲ ਪੁਰਖ ਦੀ ਜੋਤ ਕੀ ਨਹੀਂ ਜਾਣਦੇ। ਸਤਿਗੁਰੂ ਜੀ ਨੇ ਸਾਨੂੰ ਜਹਾਜ਼ ਦਿੱਤਾ ਹੈ ਬਾਣੀ ਦਾ, ਜਿਹਦੇ ਵਿੱਚ ਚੜ੍ਹ ਕੇ ਗੁਰਸਿੱਖ ਪਾਰ ਹੁੰਦੇ ਨੇ, ਆਪਣੇ ਜੀਵਨ ਸਫਲ ਬਣਾਉਂਦੇ ਨੇ। ਆਪਾਂ ਨੂੰ ਪਤਾ ਧੰਨ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ 25 ਸਿੰਘ ਜਦੋਂ ਸਤਿਗੁਰੂ ਸਾਹਿਬ ਜੀ ਨੇ ਕਥਾ ਸੁਣਾਈ ਸੀ, ਸਤਿਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18-20 ਤੱਕ ਅਰਥ ਕਰਕੇ ਸੁਣਾਏ ਸੀ, ਤਾਂ ਸਰੀਰਾਂ ਸਮੇਤ ਸੱਚਖੰਡ ਸਾਹਿਬ ਨੂੰ ਜਾਣ ਨੂੰ ਤਿਆਰ ਹੋ ਗਏ ਸੀ। ਤੇ ਸਤਿਗੁਰੂ ਜੀ ਨੇ ਆਖਿਆ, ਨਹੀਂ ਪਿਆਰਿਓ, ਇਸ ਧਰਤੀ ਤੇ ਸੇਵਾ ਦੀ ਲੋੜ ਹੈ, ਤੁਸੀਂ ਸੇਵਾ ਕਰਨੀ। ਬਾਬਾ ਦੀਪ ਸਿੰਘ ਹੋਣਾ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਸਤਿਗੁਰੂ ਜੀ ਕਹਿਣ ਲੱਗੇ ਨੇ ਆਪਾਂ ਕਿੱਲਾ ਪੱਟਾਂਗੇ। ਸਤਿਗੁਰੂ ਜੀ ਮਾਰ ਕੇ ਪਲਾਕੀ ਘੋੜੇ ਤੇ ਸਵਾਰ ਹੋਏ ਨੇ, ਨੇਜਾ ਲਿਆ ਹੈ ਹੱਥ ਵਿੱਚ। ਸਤਿਗੁਰੂ ਜੀ ਨੇ ਉਹ ਕਿੱਲਾ ਜੋ ਜੰਡ ਦਾ ਰੁੱਖ ਸੀ ਜੜਾਂ ਸਮੇਤ ਪੱਟ ਦਿੱਤਾ ਤੇ ਜ਼ੋਰ ਇੰਨਾ ਲੱਗਾ। ਤੁਸੀਂ ਆਪ ਸੋਚੋ, ਅੱਜ ਦੇ ਵਿਦਵਾਨ, ਇਹ ਟਿੰਬੜੀਆਂ ਵਾਲੇ, ਹੋਰ ਕਈ ਸਾਧ ਸਤਿਗੁਰੂ ਜੀ ਨੂੰ ਆਮ ਇਨਸਾਨਾਂ ਦੇ ਨਾਲ ਮਿਲਾ ਰਹੇ ਨੇ। ਸਤਿਗੁਰੂ ਜੀ ਨੇ ਕਿੰਨਾ ਜ਼ੋਰ ਲਾਇਆ ਹੋਵੇਗਾ ਕਿ ਘੋੜੇ ਦੀ ਕਾਠੀ ਦੀ ਰੀੜ ਦੀ ਹੱਡੀ ਟੁੱਟ ਗਈ। ਘੋੜੇ ਨੂੰ ਜ਼ਿਆਦਾ ਜ਼ੋਰ ਸੀ ਜੇ ਆਮ ਇਨਸਾਨ ਸੀ। ਸਤਿਗੁਰੂ ਜੀ ਪੂਰਾ ਸਤਿਗੁਰੂ ਮਾਲਕ ਦੁਨੀਆ ਦਾ, ਜਦੋਂ ਜ਼ੋਰ ਲਗਾਇਆ ਕਿੱਲਾ ਪੱਟਿਆ ਗਿਆ ਤੇ ਆਖਿਆ ਨਾਲ ਹੀ ਸਤਿਗੁਰੂ ਜੀ ਨੇ ਇਸ ਪਿੰਡ ਵਾਲਿਆਂ ਦੀਆਂ ਜੜ੍ਹਾਂ ਪੱਟੀਆਂ ਗਈਆਂ। ਹੱਥ ਜੋੜ ਕੇ ਖੜ ਗਏ ਕਿ ਹੁਣ ਬਖਸ਼ ਨਹੀਂ ਹੋਣਾ, ਇਹ ਗੁਰੂ ਦੀ ਜੋਤ ਹੈ। ਤੇ ਜਦੋਂ ਸਤਿਗੁਰੂ ਜੀ ਗੁੱਸੇ ਵਿੱਚ ਆਣ ਕੇ ਬੈਠੇ, ਇਹ ਮਿੱਠਾ ਪਿਆਰਾ ਸਤਿਗੁਰੂ ਇੰਨੇ ਚਿਰ ਗੁੱਸੇ 'ਚ ਨਹੀਂ ਆਉਂਦਾ, ਹੰਕਾਰ ਤੋੜਨਾ ਸੀ। ਮਾਤਾ ਗੰਗਾ ਜੀ ਨੂੰ ਪਤਾ ਲੱਗਾ, ਬਾਅਦ ਵਿੱਚ ਪਿੰਡ ਵਾਲਿਆਂ ਨੇ ਧਰੋਹ ਕਮਾਇਆ, ਧੋਖਾ ਕੀਤਾ ਕਿ ਜੰਡ ਨੂੰ ਕਿੱਲਾ ਬਣਾਇਆ ਸੀ। ਜੀ ਨੇ ਪਿੰਡ ਵਾਲਿਆਂ ਦੀ ਭੁੱਲ ਬਖਸ਼ਾਈ ਹੈ, ਉਹ ਬਖਸ਼ਣ ਦੇ ਯੋਗ ਨਹੀਂ ਸੀ, ਕਿਉਂਕਿ ਮਾਤਾ ਜੀ ਦੇ ਕਾਰਨੀ ਉਹ ਸਾਰੀ ਸੰਗਤ ਦਾ ਰੂਪ ਬਣ ਕੇ ਅੱਜ ਵੀ ਸਤਿਗੁਰੂ ਦੇ ਚਰਨਾਂ ਨਾਲ ਜੁੜੀ ਹੈ। ਆਓ ਮਾਤਾ ਜੀ ਕੀ ਕਹਿ ਰਹੇ ਨੇ। ਬਖਸ਼ ਗੁਨਾਹਾਂ ਨੂੰ ਹੁੰਦਾ ਤਾਂ ਬਖਸ਼ਣਹਾਰ, ਬਖਸ਼ ਗੁਨਾਹਾਂ
ਆਪੋ ਗੁਨਾਹਾਂ ਨੂੰ ਤੂੰ ਦਾਤਾ ਬਖਸ਼ਣਹਾਰ, ਬਖਸ਼ ਗੁਨਾਹਾਂ ਨੂੰ ਤੂੰ ਤੂੰ ਦਾਤਾ ਬਖਸ਼ਣਹਾਰ। ਲੋਕੀ ਮੈਨੂੰ ਤੇਰਾ ਆਖਦੇ, ਲੋਕੀ ਮੈਨੂੰ ਤੇਰੀ ਆਖਦੇ, ਮੇਰੇ ਪਿਆਰੇ ਦੀ ਲੋਕੀ ਮੈਨੂੰ ਤੇਰੀ ਆਖਦੇ, ਦੀ ਲੋਕੀ ਮੈਨੂੰ ਤੇਰੀ ਆਖਦੇ, ਮੇਰੇ ਪਿਆਰੇ ਦੀ ਲੋਕੀ ਮੈਨੂੰ ਤੇਰੀ ਆਖਦੇ। ਮੇਰਾ ਮਾਣ ਨਾ ਤੂੰ ਸਭ ਤੋੜੀ, ਮੇਰਾ ਮਾਣ ਨਾ ਪਿਆਰੇ ਤੋੜੀ, ਦੀ ਲੋਕੀ ਮੈਨੂੰ ਤੇਰੀ ਆਖਦੇ, ਮੇਰੇ ਬਖਸ਼ ਗੁਨਾਹਾਂ ਨੂੰ, ਦੀ ਬਖਸ਼ ਗੁਨਾਹਾਂ ਨੂੰ, ਤੂੰ ਦਾਤਾ ਬਖਸ਼ਣਹਾਰ, ਬਖਸ਼ ਗੁਨਾਹਾਂ ਨੂੰ, ਤੂੰ ਤੇਰੇ ਆਸਰੇ ਮੇਰਾ ਭੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ, ਤੇਰੇ ਆਸਰੇ ਮੇਰਾ, ਤੇਰੇ ਆਸਰੇ ਵਰ ਭੇੜਾ ਜੀ ਗਰੀਬ ਦਾ, ਤੇਰੇ ਆਸਰੇ ਪਿਆਰੇ, ਮਾਤਾ ਗੰਗਾ ਜੀ ਨੇ ਸੋਚਿਆ, ਬੇਨਤੀ ਕਰਨ ਵਾਸਤੇ ਵੱਡੀ ਭੈਣ ਨੂੰ ਭੇਜਿਆ ਸਤਿਗੁਰ ਦੇ ਚਰਨਾਂ ਵਿੱਚ ਕਿ ਮੈਂ ਉਹਨਾਂ ਨਾਲ ਗੱਲ ਕਰਨੀ ਆ। ਮਾਤਾ ਜੀ ਨੇ ਬੇਨਤੀ ਕੀਤੀ, ਵਿਲਾਪ ਕੀਤਾ, ਮੈਨੂੰ ਲੋਕੀ ਤੇਰੀ ਕਹਿੰਦੇ ਆ, ਹੁਣ ਮੈਂ ਕਿਹਦਾ ਲੜ ਪੱਦਾ ਫੜੂ, ਮੇਰਾ ਤਾਂ ਹੋਰ ਆਸਰਾ ਹੀ ਕੋਈ ਨਹੀਂ, ਤੇਰਾ ਆਸਰਾ ਹੈ ਤੱਕਿਆ ਮੈਂ, ਚਾਹੇ ਅੱਜ ਲੈ ਜਾ ਚਾਹੇ ਮਾਰ ਦੇ। ਸਤਿਗੁਰੂ ਜੀ ਨੇ ਭਾਵਨਾ ਦੇਖੀ, ਗੱਲਾਂ ਸੁਣੀਆਂ, ਪਰ ਮਾਤਾ ਜੀ ਕੋ ਰੱਟ ਲਾਈ ਸੀ, ਤੇਰੀਆਂ ਦਹਲੀਜ਼ਾਂ ਦਾ ਮੈਂ ਖੜਾ ਨਹੀਂਓ ਛੱਡਣਾ, ਤੇਰੇ ਦਰ ਬਾਝੋਂ ਪੱਲਾ ਕਿਤੇ ਵੀ ਨਹੀਂ ਅੱਡਣਾ, ਤੇਰੇ ਦਰ ਬਾਝੋਂ ਪੱਲਾ ਕਿਤੇ ਵੀ ਨਹੀਂ ਅੱਡਣਾ ਜੀ, ਤੇਰੀਆਂ ਦਹਲੀਜ਼ਾਂ ਦਾ ਮੈਂ ਖੜਾ ਨਹੀਂਓ ਛੱਡਣਾ, ਤੇਰੇ ਦਰ ਬਾਝੋਂ ਪੱਲਾ ਕਿਤੇ ਵੀ ਨਹੀਂ ਅੱਡਣਾ, ਤੇਰੇ ਦਰ ਬਾਝੋਂ ਪੱਲਾ ਸੁਣੀ ਅਰਦਾਸ ਮੇਰੀ, ਸੁਣੀ ਅਰਦਾਸ ਮੇਰੀ, ਤੇਰੇ ਬਿਨਾਂ ਦਾਤਾ ਮੇਰਾ ਕੋਈ ਨਾ, 84 ਬਾਰੇ ਗੇੜ ਵਿੱਚੋਂ ਤੂੰ ਹੀ ਪਿਆਰੇ ਕੱਢਣਾ, ਤੇਰੇ ਤੋਂ ਬਗੈਰ ਸਾਇਆ ਭਲਾ ਨਹੀਂ ਉੱਠਣਾ, ਤੇਰੇ ਤੋਂ ਬਗੈਰ ਦਾਤਾ ਭਲਾ ਨਹੀਂ ਉੱਠਣਾ। ਸਾਇਆ ਇਹ ਪਿਆਰੇ ਪ੍ਰੀਤਮ, ਮੇਰਾ ਤੇਰੇ ਤੋਂ ਬਗੈਰ ਹੀ ਕੋਈ ਨਹੀਂ ਹੈ, ਕਿਸੇ ਕੋਈ ਮੰਝ ਨ ਮਾਣੀ ਇੱਕ ਤੋਂ, ਸਤਿਗੁਰੂ ਮੈਂ ਤਾਂ ਤੇਰਾ ਹੀ ਆਸਰਾ ਤੱਕ ਲਿਆ। ਬਹੁਤ ਸਾਰੀ ਸੰਗਤ ਬਿਲਗੇ ਤੋਂ ਸਾਡੇ ਵੀਰ ਇਹਨਾਂ ਦੇ ਬੱਚੇ ਅੱਜ ਆਏ ਹਨ, ਬਹੁਤ ਖੁਸ਼ੀ ਦੀ ਗੱਲ ਆ, ਅੱਗੇ ਵੀ ਸਾਨੂੰ ਸੁਣਾਉਂਦੇ ਰਹੇ ਨੇ, ਕਿਉਂਕਿ ਟਾਈਮ ਹੋ ਚੱਲਿਆ, ਮੈਂ ਉਧਰ ਨੂੰ ਆਪਣਾ ਪ੍ਰੋਗਰਾਮ ਲੈ ਜਾ ਰਿਹਾ। ਸਤਿਗੁਰੂ ਜੀ ਤੇ ਆਨੰਦ ਕਾਰਜ ਦੀ ਜੋ ਰਸਮ ਹੋਈ ਹੈ, ਅੱਜ ਵੀ ਥੜਾ ਮੌਜੂਦ ਹੈ ਮਾਓ ਪਿੰਡ ਵਿੱਚ। ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ, ਫਿਰ ਪਿੰਡ ਵਾਲਿਆਂ ਨੂੰ ਬਖਸ਼ਿਆ, ਸਤਿਗੁਰੂ ਜੀ ਦੇ ਸਿੱਖ ਬਣੇ ਨੇ ਫਿਰ ਸਾਰੇ ਉਹ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਆਓ ਉਸ ਪਿਆਰੇ ਦੀ ਯਾਦ ਵਿੱਚ ਇੱਕ ਧਾਰਨਾ ਹੋਰ ਪੜ੍ਹਦੇ ਨੇ, ਬੀਬੀਆਂ ਦਾ ਵੀ ਹੁਕਮ ਸੀ, ਸੰਗਤ ਦਾ ਵੀ ਹੁਕਮ ਸੀ,
ਕਿ ਦੋ ਧਾਰਨਾ ਸੁਣਾਉਣੀਆਂ ਨੇ ਤੇ ਚਲੋ ਜੋ ਸ਼ਬਦ ਪੜ੍ਹ ਲਿਆ, ਗੁਰਬਾਣੀ ਪੜ੍ਹ ਲਈ। ਜੇ ਕੋਈ ਵੀ ਸਿੱਖ, ਜੇ ਕੋਈ ਗੁਰੂ ਦਾ ਪਿਆਰਾ, ਚਾਹੇ ਗੁਰਬਾਣੀ ਪੜ੍ਹ ਕੇ ਕਥਾ ਸੁਣਾ ਕੇ ਜਾਂ ਢਾਡੀ ਵਾਰਾਂ ਰਾਹੀਂ ਜਾਂ ਸਾਡੇ ਵਰਗਾ ਕੂਕਰ ਕੋਈ ਅਦੋ ਧਾਰਨਾ ਪੜ੍ਹ ਕੇ ਧਿਆਨ ਗੁਰੂ ਦੇ ਨਾਲ ਜੋੜ ਦੇਵੇ, ਸ਼ੁਕਰ ਮਨਾਓ ਸਤਿਗੁਰੂ ਜੀ ਦਾ। ਸਤਿਗੁਰੂ ਜੀ ਤੇਰਾ ਧੰਨਵਾਦ ਹੈ, ਤੇਰੇ ਚਰਨਾਂ ਵਿੱਚ ਉਹਨਾਂ ਜਗਤੀ ਕਾਰਜ ਕਰਕੇ ਤੇਰੀ ਕੀਰਤੀ ਕੀਤੀ ਹੈ। ਹਾਜ਼ਰੀ ਲਵਾਇਓ ਜੀ ਮੇਲੀ ਉਹਨਾਂ ਪਿਆਰਿਆਂ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਮੇਲੀ ਉਹਨਾਂ ਪਿਆਰਿਆਂ ਨੂੰ ਨੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਸਾਰੀ ਸੰਗਤ ਨੂੰ, ਗੜਗਾ ਨਿਵਾਸੀਆਂ ਨੂੰ, ਆਸ-ਪਾਸ ਦੇ ਜੋ ਵੀ ਸੰਗਤ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸਤਿਗੁਰੂ ਜੀ ਕਿਰਪਾ ਕਰਨ। ਬੋਲਦਿਆਂ ਹੋਇਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ। ਸਤਿਗੁਰੂ ਜੀ ਦੇ ਇਤਿਹਾਸ ਗੁਰਬਾਣੀ ਪੜ੍ਹਦਿਆਂ ਹੋ ਜਾਂਦੀਆਂ। ਅਣਜਾਣ ਬੱਚੇ ਜਾਣ ਕੇ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਬਖਸ਼ ਦਿਓ ਤੇ ਅਸੀਸ ਬਖਸ਼ਿਓ। ਕੀਰਤਨ ਦੀ ਦਾਤ, ਉੱਚਾ ਸੁੱਚਾ ਜੀਵਨ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਲਾ ਰੱਖਣ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਫਿਰ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਈਏ ਜੀਵਨ ਨੂੰ ਸਫਲਾ ਬਣਾ। ਆਓ ਕਰੀਏ
ਬੈਠਣ ਗੁਰਮਤਿ ਗੱਲਾਂ ਦਾ ਜਦੋਂ ਵਿਖਿਆਨ ਹੋਵੇ, ਸਿੱਖ ਕਰੇ ਅਰਦਾਸ ਤੇ ਸਦਾ ਮੰਗੇ, ਇਹੋ ਸਾਰੇ ਜਗ ਦਾ ਦਾਤਾ ਕਲਿਆਣ ਹੋਵੇ। ਗੱਲ ਫਤਿਹ ਬੁਲਾਉਣ ਨਾਲ ਸ਼ੁਰੂ ਹੁੰਦੀ, ਗੱਲ ਫਤਿਹ ਬੁਲਾਉਣ ਨਾਲ ਸ਼ੁਰੂ ਹੁੰਦੀ, ਲੱਗਾ ਧਰਮ ਦਾ ਜਦੋਂ ਦੀਵਾਨ ਹੋਵੇ। ਹੱਥ ਜੋੜ ਇਹ ਐਸੇ ਇਹੋ ਫਰਿਆਦ ਕਰਦਾ ਸਾਡੇ ਜਥੇ ਦੀ ਫਤਿਹ ਪ੍ਰਵਾਨ ਹੋਵੇ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਨੂੰ ਸਮਰਪਿਤ ਜੋ ਪਿੰਡ ਬਿਲਗੇ ਦੀਆਂ ਸਾਰੀਆਂ ਸਮੂਹ ਸੰਗਤਾਂ ਵੱਲੋਂ ਬੜੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਹੋਏ ਨੇ, ਬਾਣੀ ਦੇ ਜਾਪ ਹੋਏ ਨੇ। ਸਭ ਤੋਂ ਪਹਿਲਾਂ ਬਿਲਗੇ ਦੀਆਂ ਸਾਰੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਸਿੱਖ ਜਗਤ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰਬਾਣੀ ਸਿੱਖ ਦੀ ਆਤਮਾ ਹੈ ਤੇ ਇਤਿਹਾਸ ਸਿੱਖ ਦਾ ਸਰੀਰ। ਜਿਵੇਂ ਸਰੀਰ ਆਤਮਾ ਤੋਂ ਬਿਨਾਂ ਹੋਇਆ ਹੁੰਦਾ ਹੈ, ਉਸੇ ਤਰ੍ਹਾਂ ਆਤਮਾ ਵੀ ਸਰੀਰ ਤੋਂ ਬਿਨਾਂ ਕਿਤੇ ਵਾਸਾ ਨਹੀਂ ਕਰਿਆ ਕਰਦੀ। ਸੋ ਇਸ ਕਰਕੇ ਮਨੁੱਖ ਵਾਸਤੇ ਦੋਵੇਂ ਚੀਜ਼ਾਂ ਜ਼ਰੂਰੀ ਨੇ, ਪਹਿਲਾ ਗੁਰਬਾਣੀ ਤੇ ਦੂਜਾ ਇਤਿਹਾਸ। ਆਓ ਜਿੱਥੇ ਗੁਰਬਾਣੀ ਦੇ ਜਾਪ ਹੋਏ ਨੇ ਉੱਥੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਨੂੰ ਉਸ ਇਤਿਹਾਸ ਨੂੰ ਸਾਂਝਾ ਕਰਨ ਦਾ ਯਤਨ ਕਰੀਏ। ਪੰਚਮ ਪਿਤਾ ਸ਼ਹੀਦਾਂ ਦੇ ਸਰਦਾਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੁਰੂ ਰਾਮਦਾਸ ਜੀ ਮਾਤਾ ਭਾਨੀ ਜੀ ਦੇ ਕੁੱਖੋਂ ਹੋਇਆ। ਅਜੇ 18 ਸਾਲ ਦੀ ਉਮਰ ਸੀ, only 18 years old। ਦੋ ਗੁਰਗੱਦੀ ਦੇ ਵਾਰਸ ਬਣੇ, ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਣੇ ਤੇ ਗੁਰੂ ਗੱਦੀ ਤੇ ਬੈਠਿਆ ਸਾਰ ਉਹਨਾਂ ਨੇ ਅਨੇਕਾਂ ਕਾਰਜ ਕਰਾਉਣੇ ਸ਼ੁਰੂ ਕੀਤੇ। ਪੰਜਾਬ ਦੀ ਧਰਤੀ ਤੇ ਪੰਜਾਂ ਸਰੋਵਰਾਂ ਦੀ ਉਸਾਰੀ, ਦਰਬਾਰ ਸਾਹਿਬ ਵਿਖੇ ਸਰੋਵਰ ਸਾਹਿਬ ਦੀ ਉਸਾਰੀ ਕਰਵਾਈ। ਇਹੋ ਜਿਹੇ ਅਨੇਕਾਂ ਕਾਰਜ ਨੇ ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੇ। ਤੇ ਖਾਲਸਾ ਜੀ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਵਾਨੀ ਵਿੱਚ ਪੈਰ ਧਰਿਆ, ਜਿਵੇਂ ਹਰ ਮਾਂ ਦੀ ਦਿਲ ਦੀ ਚਾਹ ਹੁੰਦੀ ਹੈ ਕਿ ਮੇਰਾ ਪੁੱਤਰ ਜਵਾਨ ਹੋ ਗਿਆ, ਮੈਂ ਇਸ ਦਾ ਵਿਆਹ ਕਰ ਦੇਵਾਂ, ਇਸੇ ਤਰ੍ਹਾਂ ਮਾਤਾ ਭਾਨੀ ਜੀ ਨੇ ਆਪਣੇ ਲਾਡਲੇ ਬਰਖੁਰਦਾਰ ਦਾ ਵਿਆਹ ਮਾਓ ਪਿੰਡ ਦੇ ਰਹਿਣ ਵਾਲੇ ਕਿਸ਼ਨ ਚੰਦ ਜੀ ਦੀ ਸੁਪੁੱਤਰੀ ਬੀਬੀ ਗੰਗਾ ਜੀ ਦੇ ਨਾਲ ਕੀਤਾ। ਜਦੋਂ ਵਿਆਹ ਦੇ ਨੇੜੇ ਆਏ ਨਾ, ਚੁਗਲਖੋਰਾਂ ਨੇ ਚੁਗਲੀ ਲਾਉਣੀ ਸ਼ੁਰੂ ਕਰ ਦਿੱਤੀ। ਜਾਂਦੇ ਕਿਸੇ ਪੰਜਾਬੀ ਦਾ ਵਿਦਵਾਨ ਲਿਖਦਾ, ਕੱਚੇ ਕੋਟੇ ਨੂੰ ਜੇਕਰ ਲਿਪੀਏ ਨਾ, ਉਹਦੇ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ, ਪੁਆੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਉਦਮ ਬਿਨਾ ਨਾ ਕੋਈ ਕੰਮ ਚੱਲਦਾ, ਉਦਮ ਬਿਨਾ ਨਾ ਕੋਈ ਕੰਮ ਚੱਲਦਾ। ਕੰਮ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਚੁਗਲਖੋਰ ਨਾ ਚੁਗਲੀ ਤੋਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਸੋ ਇਸ ਤਰ੍ਹਾਂ ਪਿੰਡ ਦੇ ਕਈਆਂ ਨੇ ਕਿਸ਼ਨ ਚੰਦ ਜੀ ਨੂੰ ਦੱਸਿਆ, ਚੁਗਲਖੋਰਾਂ ਨੇ ਚੁਗਲੀ ਲਾਉਣੀ ਸ਼ੁਰੂ ਕਰ ਦਿੱਤੀ। ਤੇ ਕਿਸ਼ਨ ਚੰਦ ਜੀ, ਜਿਸ ਨਾਲ ਤੁਸੀਂ ਆਪਣੀ ਬੇਟੀ ਗੰਗਾ ਜੀ ਦਾ ਵਿਆਹ ਪੱਕਾ ਕੀਤਾ, ਸੁਣਿਆ ਉਹ ਬੜਾ ਸਾਧੂ ਸੁਭਾਅ ਹੈ, ਉਸ ਦੇ ਕੋਲ ਬੜੇ ਸੰਤ ਆਉਂਦੇ ਨੇ, ਬੜੇ ਸਾਧੂ ਆਉਂਦੇ ਨੇ। ਦੇਖਿਓ ਜਿਹੜੀ ਬਰਾਤ ਆਉਣੀ ਹੈ ਕਦੇ ਸਾਧੂ ਦੀ ਨਾ ਆਵੇ। ਇਹ ਗੱਲ ਸੁਣ ਕੇ ਕੰਨਾਂ ਦੇ ਕੱਚੇ ਕਿਸ਼ਨ ਚੰਦ ਜੀ ਨੇ ਇੱਕ ਚਿੱਠੀ ਲਿਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਸਾਹਿਬ ਦੀ ਚਿੱਠੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੜ੍ਹੀ। ਉਸ ਵਿੱਚ ਵਿਆਹ ਦੀਆਂ ਕੁਝ ਸ਼ਰਤਾਂ ਲਿਖੀਆਂ ਸਨ। ਸਭ ਤੋਂ ਪਹਿਲੀ ਸ਼ਰਤ ਕਿ ਬਰਾਤ ਬੈਂਡ ਬਾਜਾ ਨਾਲ ਆਉਣੀ ਚਾਹੀਦੀ ਹੈ। ਬਰਾਤ ਵਿੱਚ ਕੋਈ ਗਰੀਬ ਬੰਦਾ ਨਹੀਂ ਹੋਣਾ ਚਾਹੀਦਾ, ਕੋਈ ਛੋਟਾ ਨਹੀਂ ਹੋਣਾ ਚਾਹੀਦਾ। ਸਭ ਤੋਂ ਵੱਡੇ ਬੰਦੇ ਹੋਣੇ ਚਾਹੀਦੇ ਨੇ, ਅਮੀਰ ਬੰਦੇ ਹੀ ਹੋਣੇ ਚਾਹੀਦੇ ਨੇ, ਸਰਦਾਰ ਹੋਣੇ ਚਾਹੀਦੇ ਨੇ। ਐਨੇ ਪੈਸੇ ਸੁੱਟੇ ਜਾਣ, ਲੋਕ ਦੇਖ ਕੇ ਹੈਰਾਨ ਹੋ ਜਾਣ ਜਦੋਂ ਇਹ ਗੱਲਾਂ ਸੁਣੀਆਂ, ਜਦੋਂ ਇਹ ਗੱਲਾਂ ਪੜ੍ਹੀਆਂ। ਪੰਚਮ ਪਾਤਸ਼ਾਹ ਨੇ ਮੋੜਵੀਂ ਚਿੱਠੀ ਲਿਖਿਆ ਸੀ ਕਿ ਸਭ ਤੋਂ ਪਹਿਲੀ ਗੱਲ, ਬਰਾਤ ਬੈਂਡ ਬਾਜਾ ਦੇ ਨਾਲ ਨਹੀਂ ਆਵੇਗੀ, ਨਾ ਹੀ ਜ਼ਿਆਦਾ ਵਰੀ ਲੈ ਕੇ ਆਉਣੀ ਹੈ ਤੇ ਨਾ ਹੀ ਇਹਨੇ ਪੈਸੇ ਸੁੱਟੇ ਜਾਣੇ ਨੇ। ਹਾਂ, ਇੱਕ ਗੱਲ ਹੈ, ਇੱਕ ਗੱਲ ਤੁਹਾਡੀ ਮਨਜ਼ੂਰ ਕਰਦੇ ਹਾਂ ਕਿ ਬਰਾਤ ਵਿੱਚ ਸਿਰਫ ਵੱਡੇ ਬੰਦੇ ਆਉਣਗੇ। ਉਹਨੀ the good people will come, ਸਿਰਫ ਵੱਡੇ ਬੰਦੇ ਆਉਣਗੇ, ਸਰਦਾਰ ਆਉਣਗੇ। ਕਿਉਂਕਿ ਖਾਲਸਾ ਜੀ, ਅਮੀਰ ਉਹ ਬੰਦਾ ਹੈ ਜਿਸ ਦਾ ਦਿਲ ਅਮੀਰ, ਵੱਡਾ ਬੰਦਾ ਉਹ ਜਿਸ ਦਾ ਦਿਲ ਵੱਡਾ, ਸਰਦਾਰ ਉਹ ਜਿਸ ਦਾ ਦਿਲ ਸਰਦਾਰ। ਜਦੋਂ ਇਹ ਗੱਲਾਂ ਪੜ੍ਹੀਆਂ, ਕਿਸ਼ਨ ਚੰਦ ਜੀ ਤੇ ਬਾਕੀ ਪਿੰਡ ਵਾਲੇ ਨੇ ਕਿਹਾ ਕਿ ਗੁਰੂ ਸਾਹਿਬ ਜੀ ਕੀ ਖੇਡ ਵਰਤਾ ਰਹੇ ਨੇ। ਇੱਕ ਪਾਸੇ ਕਹਿੰਦੇ ਕਿ ਨਾ ਜ਼ਿਆਦਾ ਪੈਸੇ ਸੁੱਟਣੇ, ਨਾ ਜ਼ਿਆਦਾ ਵਰੀ ਲੈ ਕੇ ਆਉਣੀ, ਨਾ ਬੈਂਡ ਬਾਜਾ ਨਾਲ ਬਰਾਤ ਆਉਣੀ ਹੈ। ਦੂਜੇ ਪਾਸੇ ਕਹਿੰਦੇ ਨੇ ਕਿ ਸਾਰੇ ਸਰਦਾਰ ਆਉਣਗੇ, ਸਾਰੇ ਵੱਡੇ ਬੰਦੇ ਆਉਣਗੇ।
ਭਲਾ ਉਹ ਸਰਦਾਰ ਕਹਿੰਦਾ ਜੋ ਬੈਣ ਬਾਜਣਾ ਨਾ ਆਵੇ, ਜੋ ਪੈਸੇ ਨਾ ਸੁੱਟੇ। ਸੋ ਇਹਨਾਂ ਨੇ ਰਲ ਕੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੀ ਮਦਦ ਕਰ ਰਹੇ ਨੇ। ਅਖੀਰ ਵਿੱਚ ਇਹ ਸੋਚਿਆ ਕਿ ਅਸੀਂ ਮੋੜਵੀਂ ਚਿੱਠੀ ਲਿਖ ਦਈਏ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਦੀ ਤੁਸੀਂ ਬਰਾਤ ਲੈ ਕੇ ਆਉਣੀ ਹੈ, ਤੁਸੀਂ ਉਹੋ ਜਿਹੀ ਬਰਾਤ ਲੈ ਕੇ ਆਇਓ। ਇਹ ਚਿੱਠੀ ਬਾਦਸ਼ਾਹ ਜੀ ਨੇ ਪੜ੍ਹੀ, ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੋਵਰ ਸਾਹਿਬ ਦੇ ਕੰਢੇ ਕੰਢੇ ਜਾ ਕੇ ਜੋ ਵੀ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਏ ਸਨ, ਉਹਨਾਂ ਸਭ ਨੂੰ ਕਿਸ ਨੂੰ ਤੇ ਕਿੰਜ ਉਹਨਾਂ ਸੰਗਤਾਂ ਨੂੰ ਬਰਾਤੇ ਜਾਣ ਦੀ ਸਤਿਗੁਰੂ ਜੀ ਇਹੋ ਕਹਿੰਦੇ ਵੱਖਰੀ ਸੋਚ ਉਹਨਾਂ ਨੇ ਮਨ ਦੇ ਵਿੱਚ ਦੁਹਰਾਈ, ਵੱਖਰੀ ਸੋਚ ਉਹਨਾਂ ਨੇ ਮਨ ਦੇ ਵਿੱਚ ਦੁਹਰਾਈ।
रबी रंग चुरतरे बारी पर्दे जा रहे, रबी रंग चुरतरे बारी पर्दे जा रहे। हर एक ने है सुरती, हर एक ने है सुरती अकाल पुरख नल लाई, हर एक ने है सुरती अकाल पुरख नल लाई। इस तरह पंचम पातशाह ने ਉਹਨਾਂ ਬੰਦਿਆਂ ਨੂੰ ਜੱਜੇ ਜਾਣ ਨੇ ਕਿਹਾ ਜੋ ਲੰਗੜੇ ਲੁੱਲੇ ਨੇ, ਅੰਨੇ ਨੇ, ਬੋਲੇ ਨੇ, ਰਮਣੇ ਸਨ। ਭਾਵ ਜੋ ਵੀ ਗੁਰੂ ਘਰ ਠੀਕ ਹੋਣ ਲਈ ਆਇਆ ਸੀ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀ, ਜਿਵੇਂ ਆਪਾਂ ਆਖਦੇ ਹਾਂ ਦੁੱਖ ਪਰ ਹਰ ਸੁੱਖ ਲੈ ਜਾਏ, ਗੁਰੂ ਘਰ ਵਿੱਚ ਆ ਕੇ ਦੁੱਖਾਂ ਦੀ ਨਿਵਰਤੀ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਨਾ ਚਾਹੁੰਦਾ ਸੀ। ਉਹਨਾਂ ਸਭ ਨੂੰ ਪਾਤਸ਼ਾਹ ਨੇ ਜੱਜੇ ਜਾਣ ਲਈ ਕਿਹਾ, ਪਰ ਨਾਲ ਦੀ ਨਾਲ ਉਹਨਾਂ ਖਾਸ ਸ਼ਖਸੀਅਤਾਂ ਨੂੰ ਸਤਿਗੁਰੂ ਜੀ ਨੇ ਜੰਨਾ ਜਾਣ ਲਈ ਕਿਹਾ ਜੋ ਖੁਦ ਖੁਦਾ ਨੇ ਯਾਰ ਸਨ। ਭਾਵ ਬਾਬਾ ਬੁੱਢਾ ਸਾਹਿਬ ਜੀ, ਭਾਈ ਮੰਡ ਜੀ, ਭਾਈ ਗੁਰਦਾਸ ਜੀ, ਸਾਈਂ ਮੀਆਂ ਮੀਰ ਜੀ ਵਰਗੇ ਅਨੇਕਾਂ ਗੁਰਸਿੱਖ ਨੇ, ਅਨੇਕਾਂ ਰੱਬੀਆਂ ਰੂਹਾਂ ਨੇ ਜਿਨ੍ਹਾਂ ਨੂੰ ਪਾਤਸ਼ਾਹ ਨੇ ਆਪਣੇ ਨਾਲ ਜਾਣ ਲਈ ਕਿਹਾ। ਸਤਿਗੁਰੂ ਜੀ ਦੀ ਬਰਾਤ ਗੋਇੰਦਵਾਲ ਸਾਹਿਬ ਤੋਂ ਜਦੋਂ ਤੁਰਨ ਲੱਗੀ, ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇੱਕ ਵਸਤਰਾਂ ਦਾ ਜੋੜਾ ਹੋਰ ਲੈ ਕੇ ਆਓ। ਸਿੱਖਾਂ ਨੇ ਇੰਜ ਹੀ ਕੀਤਾ। ਹੁਣ ਗੋਇੰਦਵਾਲ ਸਾਹਿਬ ਤੋਂ ਬਰਾਤ ਹੋਈ, ਅਨੇਕਾਂ ਭਰਾ ਪਾਰ ਕਰਦੇ ਹੋਏ ਜਦੋਂ ਮਾਲੜੀ ਪਿੰਡ ਦੇ ਕੋਲ ਤੁਰੀ ਨਾ, ਪਾਤਸ਼ਾਹ ਨੇ ਕਿਹਾ ਕਿ ਇੱਥੇ ਜਾਣਾ ਹੈ ਮਾਲੜੀ ਪਿੰਡ ਵਿੱਚ, ਮਾਲੜੀ ਪਿੰਡ ਵਿੱਚੋਂ ਆਪਾਂ ਲੰਘ ਕੇ ਜਾਣਾ ਹੈ। ਹੁਣ ਮਾਲੜੀ ਪਿੰਡ ਕੌਣ ਨੇ? ਮਾਲੜੀ ਪਿੰਡ ਵਿੱਚ ਨੇ ਭਾਈ ਮੱਲ ਜੀ। ਹੁਣ ਭਾਈ ਮੱਲ ਜੀ ਕੌਣ ਨੇ? ਜੁੱਤੀਆਂ ਬਣਾਉਣ ਦਾ, ਜੁੱਤੀਆਂ ਗੰਢਣ ਦਾ ਇਹਨਾਂ ਦਾ ਕਿੱਤਾ ਸੀ। ਤੇ ਉਸ ਸਮੇਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਊਚ ਨੀਚ ਦਾ, ਅਮੀਰ ਗਰੀਬ ਦਾ ਬਹੁਤ ਵਿਤਕਰਾ ਹੁੰਦਾ ਸੀ। ਇਸੇ ਕਰਕੇ ਭਾਈ ਮੱਲ ਜੀ ਕਈ ਵਾਰੀ ਜੇ ਸਭ ਵਿੱਚ ਬੈਠੇ ਹੁੰਦੇ ਸਨ, ਜੇ ਸਭਾ ਵਿੱਚ ਬੈਠੇ ਹੁੰਦੇ ਸਨ ਤੇ ਲੋਕ ਉਹਨਾਂ ਨੂੰ ਉਠਾ ਦਿੰਦੇ ਸੀ ਕਿ ਨਹੀਂ ਤੁਸੀਂ ਇੱਥੇ ਨਹੀਂ ਬੈਠ ਸਕਦੇ। ਹੁਣ ਸੱਚਾ ਆਸਰਾ ਲੱਭਦੇ ਹੋਏ ਭਾਈ ਮੱਲ ਜੀ ਪਹੁੰਚੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਸੀ। ਆਸੇ ਪਾਸੇ ਰੱਬੀਆਂ ਰੂਹਾਂ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਵਰਗੇ ਰੱਬੀਆਂ ਰੂਹਾਂ ਨੇ। ਤੇ ਇੱਕਦਮ ਭਾਈ ਮੱਲ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਮੈਨੂੰ ਤੇ ਕੋਈ ਸਭਾ ਵਿੱਚ ਬੈਠਣ ਨਹੀਂ ਦਿੰਦਾ,
ਇਹੀ ਰੱਬੀਆਂ ਨੂੰ ਮੈਨੂੰ ਨਾਲ ਬਿਠਾਉਣਗੀਆਂ। ਇਹੀ ਸੋਚ ਕੇ ਭਾਈ ਮਾਲ ਜੀ ਨੇ ਦੂਰੋਂ ਮੱਥਾ ਟੇਕਿਆ। ਬਾਹਰ ਆ ਕੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋੜੇ ਦੇਖੇ। ਇੱਕੋ ਨਜ਼ਰ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋੜਿਆਂ ਦਾ ਨਾਮ ਲੈ ਲਿਆ। ਛੇਤੀ ਛੇਤੀ ਘਰੇ ਗਏ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਲਈ ਜੋੜੇ ਬਣਾਉਣ ਦਾ ਉਹਨਾਂ ਨੇ ਕੰਮ ਕੀਤਾ। ਜੋੜੇ ਜਦੋਂ ਬਣ ਗਏ, ਖਾਲਸਾ ਜੀ ਕੁਦਰਤੀ ਕਰਨੀ, ਭਾਈ ਮਾਲ ਜੀ ਇੱਕਦਮ ਬਿਮਾਰ ਰਹਿਣ ਲੱਗੇ। ਉਹਨਾਂ ਦੇ ਸਰੀਰ ਨੂੰ ਗਠੀਆ ਹੋ ਗਿਆ ਸੀ। ਮਨ ਵਿੱਚ ਸੋਚਣ ਲੱਗੇ ਕਿ ਮੇਰੀ ਤੇ ਮਨ ਦੀ ਇੱਛਾ ਸੀ, ਇਹ ਤਮੰਨਾ ਸੀ ਕਿ ਨਾਲੇ ਨਾਲ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜੋੜੇ ਪਹਿਨਾਵਾਂਗਾ, ਨਾਲੇ ਉਹਨਾਂ ਦੇ ਚਰਨ ਪਰਸ ਲਵਾਂਗਾ, ਨਾਲੇ ਮੱਥਾ ਵੀ ਟੇਕ ਲਵਾਂਗਾ, ਫੇਰ ਤਾਂ ਨਹੀਂ ਕੋਈ ਰੋਕੇਗਾ ਮੈਨੂੰ। ਪਰ ਹੁਣ ਸੋਚ ਰਹੇ ਨੇ ਕਿ ਮੈਂ ਹੁਣ ਇਹ ਜੁੱਤੀਆਂ ਆਪਣੇ ਹੱਥੀਂ, ਇਹ ਜੋੜੇ ਆਪਣੇ ਹੱਥੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿਵੇਂ ਪਾਵਾਂਗਾ। ਪਰ ਖਾਲਸਾ ਜੀ, ਜੇ ਸਾਨੂੰ ਗੁਰੂ ਮਹਾਰਾਜ ਜੀ ਦੇ ਨਾਲ ਪਿਆਰ ਹੈ, ਜੇ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ, ਸਤਿਗੁਰੂ ਜੀ ਵੀ ਪਿਆਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਨੇ। ਇਸੇ ਕਰਕੇ ਜਦੋਂ ਬਰਾਤ ਤੁਰੀ ਗੁਰੂ ਮਹਾਰਾਜ ਦੀ ਤੇ ਮਾਲੜੀ ਪਿੰਡ ਪਹੁੰਚੇ ਨੇ। ਭਾਈ ਮਾਲ ਜੀ ਦੇ ਘਰ ਦੇ ਸਾਹਮਣੇ ਪਹੁੰਚੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਵਾਜ਼ਾ ਖੜਕਾਇਆ ਕਿ ਭਾਈ ਮਾਲ ਜੀ ਦਰਵਾਜ਼ਾ ਖੋਲੋ। ਭਾਈ ਮਾਲ ਜੀ ਦਰਵਾਜ਼ਾ ਖੋਲੋ, ਬਾਹਰ ਆਓ। ਤੇ ਜਦੋਂ ਇਹ ਗੱਲ ਸੁਣੀ ਭਾਈ ਮਾਲ ਜੀ ਸੋਚਣ ਲੱਗੇ ਕਿ ਇਹ ਕੌਣ ਨੇ ਜੋ ਮੈਨੂੰ ਜੀ ਕਰਕੇ ਆਖਦੇ ਨੇ, ਜੋ ਮੈਨੂੰ ਉਹਨਾਂ ਸਤਿਕਾਰ ਕੇ ਬੁਲਾਉਂਦੇ ਨੇ। ਛੇਤੀ ਨਾਲ ਦਰਵਾਜ਼ਾ ਖੋਲਿਆ। ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹਾਲੋਂ ਨਿਹਾਲ ਹੋ ਗਏ। ਕੋਈ ਸੁੱਧ ਬੁੱਧ ਨਾ ਰਹੀ ਕਿ ਇੱਥੇ ਗੁਰੂ ਮਹਾਰਾਜ ਨੂੰ ਬਿਠਾਵਾਂ, ਕੀ ਖਵਾਵਾਂ, ਕਿੰਜ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਾਂ। ਇੱਕਦਮ ਖਿਆਲ ਆਇਆ ਜੋੜਿਆਂ ਦਾ। ਭਾਈ ਮਾਲ ਜੀ ਨੇ ਜੋੜੇ ਲਿਆਂਦੇ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਾਏ। ਗੁਰੂ ਮਹਾਰਾਜ ਨੇ ਬਚਨ ਕੀਤੇ ਕਿ ਉਠੋ। ਭਾਈ ਮਾਲ ਜੀ ਤੁਸੀਂ ਉੱਠ ਕੇ ਖੜੇ ਹੋ। ਪਰ ਭਾਈ ਮਾਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਨਹੀਂ ਪਾਤਸ਼ਾਹ, ਮੇਰੇ ਗਠੀਏ ਨੇ ਮੈਨੂੰ ਜਕੜ ਦਿੱਤਾ ਹੈ, ਮੇਰੇ ਕੋਲ ਉੱਠਿਆ ਨਹੀਂ ਜਾਂਦਾ। ਪਾਤਸ਼ਾਹ ਜੀ ਨੇ ਉਸ ਵੇਲੇ ਭਾਈ ਮਾਲ ਜੀ ਨੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਮੋਢਿਆਂ ਤੋਂ ਉਹਨਾਂ ਨੂੰ ਉਠਾਇਆ। ਜਿਸ ਵੇਲੇ ਉਠਾਇਆ ਨਾ, ਉਸ ਵੇਲੇ ਭਾਈ ਮਾਲ ਜੀ ਅਰੋਗ ਹੋ ਗਏ। ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ ਸੀ, ਸਾਰੇ ਰੋਗ ਕੱਟੇ ਗਏ। ਤੇ ਨਾਲ ਹੀ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤੇ ਕਿ ਜਿਹੜਾ ਵੀ ਇਸ ਪਿੰਡ ਵਿੱਚ ਆ ਕੇ ਇਸ ਦੁਆਰੇ ਤੇ ਸੱਚੇ ਦਿਲੋਂ ਨਮਸਕਾਰ ਕਰੇਗਾ, ਸੱਚਾ ਦਿਲੋਂ ਆਪਣੇ ਸੀਸ ਨੂੰ ਝੁਕਾਏਗਾ, ਉਸਦੇ ਸਾਰੇ ਰੋਗ ਕੱਟੇ ਜਾਣਗੇ। ਤੇ ਅੱਜ ਵੀ ਖਾਲਸਾ ਜੀ ਪਿੰਡ ਮਾਲੜੀ ਉਸੇ ਭਾਈ ਮਾਲ ਜੀ ਦੇ ਦੁਆਰੇ ਜਾ ਕੇ ਜੋ ਵੀ ਸੱਚੇ ਦਿਲੋਂ ਨਮਸਕਾਰ ਕਰਦਾ, ਉਸਦੇ ਸਾਰੇ ਰੋਗ ਕੱਟੇ ਜਾਂਦੇ ਨੇ। ਸਾਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਆਪਣੇ ਵਿਆਹ ਸਮੇਂ ਵੀ ਕਈਆਂ ਦੇ ਉਪਕਾਰ ਕੀਤੇ ਨੇ, ਬੜੇ ਪਰਉਪਕਾਰ ਕੀਤੇ। ਤੇ ਆਓ ਖਾਲਸਾ ਜੀ ਤੱਕੀਏ ਕਿ ਪਿੰਡ ਮਾਲੜੀ ਆਣ ਕੇ ਜਦੋਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਆਉਣ ਦਾ ਪਤਾ ਲੱਗਿਆ, ਗੁਰੂ ਮਹਾਰਾਜ ਦੀ ਸੇਵਾ ਕਿਵੇਂ ਕੀਤੀ, ਅੱਗੋਂ ਗੁਰੂ ਮਹਾਰਾਜ ਨੇ ਅਸੀਸਾਂ ਕਿਵੇਂ ਦਿੱਤੀਆਂ, ਉਸ ਨੂੰ ਸੁਣਦੇ ਜਾਣਾ।
ਲੰਗਰ ਛਕ ਕੇ ਗੁਰਾਂ ਨੇ ਅਸੀਸ ਦਿੱਤੀ ਲੰਗਰ ਛਕ ਕੇ ਗੁਰਾਂ ਨੇ ਅਸੀਸ ਦਿੱਤੀ ਦਾਤਾ ਸੰਗਤ ਨੂੰ ਗੁਰਾਂ ਨੇ ਪਿਆਰ ਕੀਤਾ ਦਾਤਾ ਸੰਗਤ ਨੂੰ ਗੁਰਾਂ ਨੇ ਪਿਆਰ ਕੀਤਾ ਸੰਗਤਾਂ ਨੂੰ ਅਸੀਸ ਦਿੱਤੀ ਬਚਨ ਆਖਿਆ ਕਿ ਇੱਥੇ ਹਰ ਲੋਕਾਂ ਦੇ ਦੁੱਖ ਕੱਟੇ ਜਾਣਗੇ। ਇਹ ਚਾਰ ਪਾਤਸ਼ਾਹ ਅੱਗੇ ਤੁਰੇ ਅਨੇਕਾਂ ਪ੍ਰਾਪਾਰ ਕਰਦੇ ਹੋਏ ਬਰਾਤ ਪਹੁੰਚੀ ਪਿੰਡ ਬਿਲਗੇ। ਜਦੋਂ ਪਿੰਡ ਬਿਲਗੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਅੱਗੇ ਹੁਣ ਕੇ ਸਤਿਗੁਰੂ ਜੀ ਦੀ ਬੜੀ ਸੇਵਾ ਕੀਤੀ, ਬੜੀ ਖਿਦਮਤ ਕੀਤੀ। ਜੇ ਆਪਾਂ ਇਹ ਕਹਿ ਲਈਏ ਕਿ 2 ਦਿਨ ਪਿੰਡ ਬਿਲਗੇ ਵਿੱਚ ਦੇਵਤਾ ਦੀ ਸਭਾ ਲੱਗੀ ਹੋਈ ਸੀ, ਇਹ ਕੋਈ ਗੱਲ ਨਹੀਂ ਹੋਵੇਗਾ। ਜਦੋਂ ਪਾਤਸ਼ਾਹ ਪਿੰਡ ਬਿਲਗੇ ਵਿੱਚ ਪਹੁੰਚੇ ਇਹ ਪਿੰਡ 7 ਕੁੱਲੀਆਂ ਵਿੱਚ ਵਸਿਆ ਹੋਇਆ ਸੀ। 7 ਕੁੱਲੀਆਂ ਵਿੱਚ ਸਵੇਰੇ ਜਦੋਂ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ, ਰੋਜ਼ ਦੀ ਤਰ੍ਹਾਂ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ, ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਆਪਣੇ ਲਾਏ ਹੋਏ ਵਸਤਰ ਸਾਨੂੰ ਤੁਸੀਂ ਬਖਸ਼ ਦਿਓ। ਤੇ ਖਾਲਸਾ ਜੀ ਸਤਿਗੁਰੂ ਜੀ ਨੇ ਆਪਣੇ ਜਿਹੜੇ ਲਾਏ ਹੋਏ ਵਸਤਰ ਸੀ ਉੱਥੇ ਹੀ ਸੰਗਤਾਂ ਨੂੰ ਤੇ ਹੋਰ ਕਈ ਵਸਤੂਆਂ ਉੱਥੇ ਪਿੰਡ ਬਿਲਗੇ ਦੀਆਂ ਸੰਗਤਾਂ ਨੂੰ ਸੌਂਪ ਦਿੱਤੀਆਂ, ਬਖਸ਼ਿਸ਼ ਕਰ ਦਿੱਤੀਆਂ। ਅਤੇ ਨਾਲ ਹੀ ਪਿੰਡ ਬਿਲਗੇ ਦੀਆਂ ਸੰਗਤਾਂ ਨੇ ਇੱਕ ਬੇਨਤੀ ਕੀਤੀ ਕਿ ਮਹਾਰਾਜ ਕੁਦਰਤ ਦੀ ਕਰਨੀ ਨਾ ਸਤ ਕੁੱਲੀਆਂ ਨੂੰ ਹਰ ਸਾਲ ਅੱਗ ਲੱਗ ਜਾਂਦੀ ਹੈ, ਸਾਡਾ ਕੁਝ ਨਹੀਂ ਬਚਦਾ। ਜਦੋਂ ਅਸੀਂ ਆਪਣੇ ਪੈਰਾਂ ਤੇ ਖੜੇ ਜੋਗੇ ਹੋ ਜਾਂਦੇ ਹਾਂ ਇਹਨਾਂ ਨੂੰ ਫੇਰ ਅੱਗ ਲੱਗ ਜਾਂਦੀ ਹੈ, ਅਸੀਂ ਫੇਰ ਉੱਜੜ ਜਾਂਦੇ ਹਾਂ। ਪਾਤਸ਼ਾਹ ਜੀ ਆਪ ਕਿਰਪਾ ਕਰੋ। ਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਸੰਗਤ ਜੀ ਜਿੱਥੇ ਇੰਨੇ ਸਤਿਗੁਰੂ ਜੀ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਹੋਣ ਇੱਥੇ ਕੋਈ ਦੁੱਖ ਨਹੀਂ ਰਹੇਗਾ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹ 7 ਕੁੱਲੀਆਂ ਨੂੰ ਕਦੇ ਅੱਗ ਨਹੀਂ ਲੱਗੇਗੀ। ਸਗੋਂ ਇਹ ਜਿਹੜਾ ਪਿੰਡ ਹੈ ਪਿੰਡ ਬਿਲਗਾ ਇਹ ਤਾਂ ਤਰੱਕੀ ਕਰੇਗਾ, ਦੁਨੀਆ ਦੇ ਵਿੱਚ ਉਸਦਾ ਨਾਮ ਹੋਵੇਗਾ। ਜਿਵੇਂ ਆਪਾਂ ਸਾਰੇ ਜਾਣੂ ਹਾਂ ਕਿ ਪਿੰਡ ਬਿਲਗਾ ਤੇ ਜਿਸ ਪਿੰਡ ਬਿਲਗੇ ਨੂੰ ਸਾਡਾ ਸੀ ਸ਼ਬਦ ਪਿੰਡ ਬਿਲਗੇ ਦੀਆਂ ਸੰਗਤਾਂ ਵੱਲੋਂ ਹੀ ਜੋ ਇਹ ਗੁਰੂ ਘਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜਾਪ ਹੋਏ ਨੇ, ਆਪ ਸਾਰੀਆਂ ਸੰਗਤਾਂ ਦਾ ਹੱਕ ਅਸੀਂ ਆਖਦੇ ਸੀ ਕਿ ਪਿੰਡ ਬਿਲਗੇ ਵਿੱਚ 2 ਦਿਨ ਦੇਵਤਾ ਦੀ ਸਭਾ ਲੱਗੀ ਹੋਈ ਸੀ ਤੇ ਪਿੰਡ ਬਿਲਗੇ ਦੀਆਂ ਸੰਗਤਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ, ਸਤਿਗੁਰੂ ਜੀ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਕੀਤੀਆਂ ਉਸ ਨੂੰ ਗੌਰਵ ਕਰਦੇ ਅਸੀਂ ਖਾਲਸਾ ਢਾਡੀ ਜਥਾ ਐਵੇਂ ਬਿਆਨ ਕਰਦਾ ਹੈ।
ਪਿੰਡ ਬਿਲਗੇ ਵਿੱਚ ਪੰਜਵਾਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬੜੇ ਵੱਡੇ ਸਮਾਗਮ ਲੱਗਦੇ ਨੇ। ਗੁਰੂ ਮਹਾਰਾਜ ਦੀਆਂ ਸੰਗਤਾਂ ਬੜੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ, ਬੜੀਆਂ ਖੁਸ਼ੀਆਂ ਮਨਾਉਂਦੀਆਂ ਨੇ। ਇੰਜ ਕਹਿ ਰਹੀ ਹੈ ਕਿ 3 ਦਿਨਾਂ ਵਾਸਤੇ ਪਿੰਡ ਬਿਲਗੇ ਵਿੱਚ ਪੂਰੇ ਵਿਆਹ ਵਾਲਾ ਮਾਹੌਲ ਹੁੰਦਾ ਹੈ। ਤੇ ਖਾਲਸਾ ਜੀ ਸਾਨੂੰ ਪਤਾ ਹੈ ਕਿ ਉਹ ਕੌਮਾਂ ਬੜੀਆਂ ਭਾਗਾਂ ਵਾਲੀਆਂ ਹੁੰਦੀਆਂ ਜੋ ਆਪਣੇ ਵੱਡੇ ਵਡੇਰਿਆਂ ਦੇ ਖੁਸ਼ੀਆਂ ਦੇ ਦਿਹਾੜੇ, ਸ਼ਹੀਦ ਦੇ ਦਿਹਾੜੇ, ਬਰਸੀਆਂ ਮਨਾਉਂਦੇ ਨੇ। ਜਿਵੇਂ ਪੰਜਾਬੀ ਦਾ ਵਿਦਵਾਨ ਲਿਖਦਾ ਸਰਵਾ ਆਪਣਾ ਆਪ ਕਢਾਏ ਪਹਿਲਾਂ ਪਿੱਛੋਂ ਨੈਣਾ ਦੀ ਜੋਤ ਬਾਤ ਰੱਖੇ। ਸਰਵਾ ਆਪਣਾ ਆਪ ਕਢਾਏ ਪਹਿਲਾਂ ਪਿੱਛੋਂ ਨੈਣਾ ਦੀ ਜੋਤ ਬਾਤ ਰੱਖੇ। ਹਿਰਦੇ ਆਪਣੇ ਤੋਂ ਰੱਬ ਨੂੰ ਲੱਭ ਲੈਂਦਾ ਸਬਰ ਸਤ ਸੰਤੋਖ ਜੋ ਸਾਥ ਰੱਖੇ। ਉਹਨੇ ਦੂਜੇ ਨੂੰ ਸਿੱਖਿਆ ਕੀ ਦੇਣੀ? ਉਹਨੇ ਦੂਜੇ ਨੂੰ ਸਿੱਖਿਆ ਕੀ ਦੇਣੀ? ਜਿਹੜਾ ਆਪਣੇ ਘਰ ਚ ਪ੍ਰਸਾਦ ਰੱਖੇ, ਖੜੀ ਰਹੇ ਪੰਛੀਆ ਕੌਮ ਫੁੱਲ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ। ਖਾਲਸਾ ਜੀ ਜਦੋਂ ਬਰਾਤ ਦੇਖੀ, ਮਾਂ ਪਿੰਡ ਵਾਲੇ ਨੇ ਜਦੋਂ ਬਰਾਤ ਦੇਖੀ, ਬੜੀ ਸਾਦੀ ਬਰਾਤ ਹੈ, ਕੋਈ ਲੰਗੜਾ ਹੈ, ਕੋਈ ਲੂਲਾ ਹੈ, ਕੋਈ ਅੰਨਾ ਹੈ, ਕੋਈ ਵੱਡਾ ਬੰਦਾ ਨਹੀਂ, ਕੋਈ ਸਰਦਾਰ ਨਹੀਂ, ਕੋਈ ਪੈਸੇ ਨਹੀਂ ਸੁੱਟ ਰਿਹਾ, ਕੋਈ ਬੈਂਡ ਬਾਜਾ ਨਹੀਂ। ਇਹੋ ਜਿਹੀ ਸਾਦੀ ਬਰਾਤ ਵੇਖ ਕੇ ਸਾਰੇ ਘਬਰਾ ਗਏ ਤੇ ਪਿੰਡ ਦੇ ਚੌਧਰੀ ਫਰੋਗ ਨੇ ਕਿਸ਼ਨ ਚੰਦ ਜੀ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਆਪਣੀ ਬੇਟੀ ਦਾ ਸਾਕ ਪੱਕਾ ਕਰਿਆ ਹੋ। ਤੁਸੀਂ ਕੀ ਗਰੀਬਾਂ ਦੇ ਘਰ ਵਿੱਚ ਆਪਣੀ ਬੇਟੀ ਨੂੰ ਤੋਰਨਾ? ਤੂੰ ਮੇਰੀ ਗੱਲ ਮੰਨ, ਤੂੰ ਕੋਈ ਅਚਾਨਕ ਕਰ, ਤੂੰ ਕੋਈ ਆਪਾ ਕਰ, ਤੂੰ ਕੋਈ ਬਹਾਨਾ ਲਾ ਤੇ ਇਸ ਬਰਾਤ ਨੂੰ ਵਾਪਸ ਮੋੜ ਦੇ। ਖਾਲਸਾ ਜੀ ਇਹ ਗੱਲ ਸੁਭਾਵਕ ਹੈ। ਚੰਗੀ ਗੱਲ ਦਾ ਅਸਰ ਇੱਕ ਤੇ ਘੱਟ ਹੁੰਦਾ, ਦੂਜਾ ਲੇਟ ਜਾ ਕੇ ਹੁੰਦਾ, ਪਰ ਬੁਰੀ ਗੱਲ ਦਾ ਇੱਕ ਤਾਂ ਛੇਤੀ ਅਸਰ ਪੈਂਦਾ, ਦੂਜਾ ਅਸਰ ਹੀ ਬਹੁਤ ਹੁੰਦਾ। ਤੇ ਇਸੇ ਤਰ੍ਹਾਂ ਇਹ ਗੱਲ ਕਿਸ਼ਨ ਚੰਦ ਜੀ ਦੇ ਦਿਲ ਨੂੰ ਲੱਗੀ। ਪਿੰਡ ਵਾਲਿਆਂ ਨੇ ਰਲ ਕੇ ਸਲਾਹ ਕੀਤੀ, ਇੱਕ ਜਣ ਦਾ ਰੁੱਖ ਉਸ ਨੂੰ ਉਪਰੋਕਤ ਕਰ ਦਿੱਤਾ। ਗੁਰੂ ਮਹਾਰਾਜ ਦੇ ਕੋਲ ਆਏ ਨੇ ਤੇ ਕਿਹਾ ਪਾਤਸ਼ਾਹ ਸਾਡੇ ਪਿੰਡ ਦੀ ਰੀਤ ਹੈ ਕਿ ਜਿਹੜਾ ਵਿਆਹ ਵਾਲਾ ਮੁੰਡਾ ਹੁੰਦਾ ਹੈ ਉਸ ਨੂੰ ਲੇਟ ਦੇ ਨਾਲ ਇਹ ਜੋ ਕੱਲਾ ਹੈ ਉਹ ਕੁੱਟਣਾ ਪੈਂਦਾ ਹੈ, ਫਿਰ ਹੀ ਅਸੀਂ ਵਿਆਹ ਕਰਵਾਉਂਦੇ ਹਾਂ। ਗੁਰੂ ਮਹਾਰਾਜ ਜੀ ਹੱਸ ਕੇ ਬੋਲੇ ਕਿ ਨਹੀਂ ਭਲੇ ਮਾਨਸੋ, ਕਿੱਲੇ ਪੁੱਟੀ ਦੇ ਨਹੀਂ ਗੱਡੀ ਦੇ ਨੇ, ਇਹ ਤੇ ਖੁਦ ਪਰਮੇਸ਼ਰ ਦਾ ਰੂਪ ਨੇ, ਇਹ ਤੇ ਖੁਦ ਪਰਮਾਤਮਾ ਨੇ। ਇਹ ਕੀ ਨਹੀਂ ਕਰ ਸਕਦੇ, ਸਾਰਾ ਕੁਝ ਕਰ ਸਕਦੇ ਨੇ। ਤਾਂ ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੇ ਇਹ ਕਿੱਲਾ ਪੱਟ ਦੇ। ਜਿਹੜੀਆਂ ਰੱਬ ਵਰਗੀਆਂ ਰੂਹਾਂ ਸਨ, ਗੁਰੂ ਮਹਾਰਾਜ ਜੀ ਉਹਨਾਂ ਦਾ ਕਹਿਣਾ ਕਦੇ ਨਹੀਂ ਸੀ ਮੋੜਦੇ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਜਿਨ੍ਹਾਂ ਦਾ ਵਿਸਰੈ ਨਾ ਸਿੱਖ ਨੇ ਹਿਆ, ਭੇਦ ਨਾ ਜਾਣੋ ਮੂਲ ਸਾਈਂ ਜਹਿਆ। ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ।
ऐसे सुजीत जागा रहे, ऐसे सुजीत जागा रहे, हो सतगुर दे आधी मारे। याद रिंदियां गुरु जी थोड़ियां, जग विच रेंदियां पंचमता थोड़ियां, हाँ जी हाँ बरबरियां। इस तरह बादशाह ने मोटे घोड़े ते सवार नेजा अपने हाथ ਵਿੱਚ ਲੈ ਕੇ ਉਹ ਜਿਹੜਾ ਜਾਣਦਾ ਲੋਕ ਸੀ ਉਸ ਦਾ ਕਿਲਾ ਫੜ ਦਿੱਤਾ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਅੱਜ ਤੋਂ ਇਸ ਪਿੰਡ ਦੀਆਂ ਸਾਰੀਆਂ ਜੜਾਂ ਪੁੱਟੀਆਂ ਜਾਣਗੀਆਂ। ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਸੰਗਤ ਜੀ ਭਲੇ ਮਾਨਸੋ ਕਿਲਾ ਤਾਂ ਪੱਟਿਆ ਗਿਆ ਪਰ ਹੁਣ ਅਸੀਂ ਘਰੇ ਚੱਲਦੇ ਹਾਂ। ਪਰ ਜਦੋਂ ਇਹ ਮਹਾਨ ਕ੍ਰਿਸ਼ਮਾ ਦੇਖਿਆ ਨਾ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ, ਸਾਰੇ ਜਿਹੜੇ ਲੋਕ ਸੀ ਹੈਰਾਨ ਹੋ ਗਏ। ਕਿਸੇ ਚੰਦ ਜੀ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ, ਆਪਣੀ ਛੋਟੀ ਬੇਟੀ ਤੇ ਬੀਬੀ ਗੰਗਾ ਜੀ ਨੂੰ ਆਖਿਆ ਕਿ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਹੁਣ ਤੁਸੀਂ ਹੀ ਜਾਓ ਤੇ ਮਾਫੀ ਮੰਗ ਲਵੋ, ਸਤਿਗੁਰੂ ਜੀ ਨੂੰ ਮਨਾ ਕੇ ਆ ਜਾਓ। ਮਾਤਾ ਗੰਗਾ ਜੀ ਗਏ, ਗੁਰੂ ਮਹਾਰਾਜ ਜੀ ਨੇ ਚਰਨਾਂ ਵਿੱਚ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਮਹਾਰਾਜ ਤੇ ਇਸ ਇਤਿਹਾਸ ਨੂੰ ਅਰਜਨ ਦੇਵ ਜੀ ਮਹਾਰਾਜ ਦਾ ਵਿਆਹ ਹੋਇਆ। ਇਹ ਸੀ ਉਹ ਇਤਿਹਾਸ ਤੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਜੋ ਕੱਲ ਦਾ ਦਿਨ ਸੀ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਕਾਸ਼ ਤੱਕ ਸਾਹਿਬ ਦੀ ਰਚਨਾ ਕੀਤੀ, ਉਹ ਦਿਹਾੜਾ ਕੱਲ ਸੀ। ਅਗਾਹ ਸਮਾਂ ਮਿਲਿਆ ਆਪ ਸਾਰੀਆਂ ਸੰਗਤਾਂ ਦੇ ਨਾਲ ਉਹ ਇਤਿਹਾਸ ਸਾਂਝਾ ਕਰਾਂਗੇ। ਅਖੀਰ ਵਿੱਚ ਪਿੰਡ ਬਿਲਗੇ ਦੀਆਂ ਸਾਰੀਆਂ ਸੰਗਤਾਂ ਦਾ ਕੋਟ ਧੰਨਵਾਦ ਤੇ ਉਹਨਾਂ ਨੂੰ ਲੱਖ ਲੱਖ ਵਧਾਈਆਂ। ਸਮੁੱਚੇ ਸਿੱਖ ਜਗਤ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਲੱਖ ਲੱਖ ਵਧਾਈਆਂ ਤੇ ਅਕਾਲ ਚਰਨ ਦਾ ਵੀ ਕੋਟ ਧੰਨਵਾਦ ਜਿਨ੍ਹਾਂ ਨੇ ਇਸ ਸਾਰੇ ਸਮਾਗਮ ਨੂੰ ਲਾਈਵ ਦਿਖਾਇਆ। ਚੈਨਲ ਰਾਹੀਂ ਸਾਰੀਆਂ ਸੰਗਤਾਂ ਨੂੰ ਇਹ ਲਾਈਵ ਦਿਖਾ ਰਹੇ ਨੇ, ਜਿਹੜੀਆਂ ਸੰਗਤਾਂ ਇੱਥੇ ਨਹੀਂ ਹਾਜ਼ਰ ਹੋ ਸਕੀਆਂ ਉਹਨਾਂ ਲਈ ਘਰੇ ਬੈਠ ਕੇ ਵੀ ਇਹ ਸਮਾਗਮ ਦੇਖ ਸਕਦੇ ਨੇ। ਅਕਾਲ ਚਰਨ ਵਾਸਤੇ ਸਾਡੀ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਦੇ ਦੁੱਗਣੀ ਰੱਬ ਚੌਗਣੀ ਤਰੱਕੀ ਬਖਸ਼ਣ। ਪਿਤਾ ਕੋਲ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਨਾਟਕਾਂ ਦੀ ਖਿਮਾ ਦਿਓ, ਸੀਸਾਂ ਕਰਵਰ ਕੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सतनाम करता पुरख निर्भव निर्वैर अकाल मूरत आजुनी सैभव गुर प्रसाद एक सतनाम करता पुरख निर्भव निर्वैर अकाल मूरत आजुनी सैभव गुर प्रसाद। गुरु रूप गुरु प्यारी खालसा साध संगत जीओ, फतेह प्रवान करनी। वाहिगुरु जी का खालसा, वाहिगुरु जी की फतेह। जुग जुग अटल चवर छतर तख्तां दे मालक दसां पातशाहियां दा हिरदा स्वरूप जागत जोत गुरता गद्दी ते सुभायमान आदि श्री गुरु ग्रंथ साहिब जी महाराज तिन्हां सतगुरां दी चरण शरण दे विच जुड़ मिल बैठे सत संगी जनों, आप सब भाई भाई बहुत वडभागे जो जिन्ने भी शरीर गुरु दरबार दे विच हाजिर होए, जो सतगुरु पातशाह महाराज जी कृपा करना आप जियां दी हाजरी दर ते प्रवान होवे, कदम कदम लेखे विच लगे। असल विच वो साडे सवास सफल हो जाते हैं ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਦਿਆਂ
ਸਿਫਤ ਸਲਾਹ ਕਰਦਿਆਂ ਹੋਇਆਂ ਬਤੀਤ ਹੁੰਦੇ ਹਨ। ਅੱਜ ਦਾ ਵਿਸ਼ੇਸ਼ ਸਮਾਗਮ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਧਿਤ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਵਿਆਹ ਪੁਰਬ ਨੂੰ ਸਮਰਪਿਤ ਹੈ। ਭਾਈ ਗੁਰਦਾਸ ਜੀ ਹੁਣਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਣਾ ਵਾਰਨੇ ਜਾਣਾ ਬਲਹਾਰਨੇ ਜਾਣਾ ਹਾਂ ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਂਦੇ ਹਨ, ਅਵਤਾਰ ਪੁਰਬ ਮਨਾਉਂਦੇ ਹਨ, ਪ੍ਰਕਾਸ਼ ਪੁਰਬ ਮਨਾਉਂਦੇ ਹਨ। ਸੋ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਪ੍ਰੇਮ ਦੇ ਮਹਾਂਵਾਕਾਂ ਅਨੁਸਾਰ ਅੱਜ ਸਾਰੀਆਂ ਹੀ ਸੰਗਤਾਂ ਬਿਲਗੇ ਨਗਰ ਦੀਆਂ ਸੰਗਤਾਂ ਅਤੇ ਹੋਰ ਲਾਗੇ ਲਾਗੇ ਜਿਹੜੇ ਨਗਰ ਹਨ ਉਹਨਾਂ ਸੰਗਤਾਂ ਨੇ ਰਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਵਿਆਹ ਪੁਰਬ ਨੂੰ ਸਮਰਪਿਤ ਤੁਰ ਕੀ ਬਾਣੀ ਆਈ ਤਿਨ ਸਗੜੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਜਾਪ ਪਰਸੋਂ ਰੋਜ਼ ਤੋਂ ਆਰੰਭ ਕਰਵਾਏ ਸਨ। ਆਜ ਤੋਂ ਮੱਧ ਤੋਂ ਸੰਪੂਰਨਤਾ ਸਹਿਤ ਭੋਗ ਪਏ ਸਨ। ਉਸ ਤੋਂ ਉਪਰੰਤ ਦੀਵਾਨ ਸਜੇ ਹਨ। ਆਪ ਜੀ ਢਾਡੀ ਸਿੰਘਾਂ ਤੋਂ ਜਿਹੜਾ ਵਾਰਾਂ ਸਰਵਣ ਕਰ ਰਹੇ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਆਉਣ ਤੋਂ ਪਹਿਲਾਂ ਜਿਹੜਾ ਗ੍ਰਸਥ ਧਰਮ ਸੀ ਇਹਨੂੰ ਗੁਰਮੁਖੋ ਪਿਆਰਿਓ ਬੜਾ ਜਿਹੜਾ ਸੀ ਨੀਵਾਂ ਗਿਣਿਆ ਜਾਂਦਾ ਸੀ। ਜੇ ਕਿਸੇ ਨੇ ਭਗਤੀ ਕਰਨੀ ਹੈ ਉਹ ਗ੍ਰਸਤੀ ਨਹੀਂ ਹੋ ਸਕਦਾ। ਜੇ ਕਿਸੇ ਨੇ ਕੋਈ ਯੋਗੀ ਬਣਨਾ ਸੀ ਉਹ ਵੀ ਗ੍ਰਸਤੀ ਨਹੀਂ ਸੀ ਹੋ ਸਕਦਾ। ਇੱਕ ਪਰੰਪਰਾ ਚੱਲਦੀ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ। ਉਹਨਾਂ ਨੇ ਗ੍ਰਸਥ ਧਰਮ ਨੂੰ ਬਹੁਤ ਜ਼ਿਆਦਾ ਵਡਿਆਈ ਦਿੱਤੀ। ਜਿਹੜੇ ਯੋਗੀ ਲੋਕ ਸਨ ਇਸਤਰੀ ਜਾਤ ਨੂੰ ਜਿਹੜਾ ਮਾੜਾ ਕਹਿੰਦੇ ਸਨ ਤੇ ਉਸੇ ਇਸਤਰੀ ਜਾਤ ਨੂੰ ਮੇਰੇ ਗੁਰਦੇਵ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੀ ਬਾਣੀ ਦੇ ਵਿੱਚ ਇਹ ਪਾਵਨ ਵਚਨ ਦਰਜ ਕੀਤੇ। ਸੋ ਕੋ ਮੰਦਾ ਆਖੀਐ ਜਿਤ ਜੰਮੇ ਰਾਜਾਨ। ਕਹਿੰਦੇ ਜਿਨ੍ਹੇ ਗੁਰੂਆਂ ਨੂੰ ਜਨਮ ਦਿੱਤਾ, ਜਿਨ੍ਹੇ ਰਾਜਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਭਗਤਾਂ ਨੂੰ ਜਨਮ ਦਿੱਤਾ ਵਾ ਉਸ ਔਰਤ ਜਾਤੀ ਨੂੰ ਕਿਉਂ ਮਾੜਾ ਕਿਹਾ ਜਾਂਦਾ? ਜਿੰਨਾ ਮਾਣ ਔਰਤ ਜਾਤੀ ਨੂੰ ਇਸਤਰੀ ਜਾਤੀ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਮਿਲਿਆ ਉਹਨਾਂ ਹੋਰ ਕਿਸੇ ਧਰਮ ਦੇ ਵਿੱਚ ਗੁਰਮੁਖੋ ਪਿਆਰ ਨਹੀਂ ਮਿਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੇ ਪਹਿਲੇ ਸਿੱਖ ਹੋਏ ਹਨ ਤੇ ਉਹ ਗੁਰਮੁਖੋ ਪਿਆਰਿਓ ਜਿਹੜੇ ਆ ਬੇਬੇ ਨਾਨਕੀ ਜੀ ਹੋਏ। ਉਹਨਾਂ ਨੇ ਸਭ ਤੋਂ ਪਹਿਲਾਂ ਪਹਿਚਾਣ ਕੀਤੀ ਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਿ ਇਹ ਪਰਮੇਸ਼ਰ ਦਾ ਰੂਪ ਹਨ, ਇਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ। ਇਤਿਹਾਸ ਬੜਾ ਲੰਬੇਰਾ, ਮੈਂ ਜ਼ਿਆਦਾ ਇਸ ਵਿਸਥਾਰ ਸਹਿਤ ਨਾ ਜਾਵਾਂ। ਦੂਸਰੇ ਸਿੱਖ ਹੋਏ ਰਾਏ ਬਲਾਲ ਜੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਗ੍ਰਸਥ ਧਰਮ ਤੋਂ ਮੁਨਕਰ ਹੋ ਕੇ ਘਰ ਦੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾ ਪਾਲਣ ਕਰਕੇ ਪਰਿਵਾਰ ਦੀ ਜਿਹੜੀਆਂ ਅਸੀਂ ਜ਼ਰੂਰਤਾਂ ਨਾ ਨਿਭਾ ਸਕਦੇ ਹੋਏ ਪਰਿਵਾਰਾਂ ਨੂੰ ਛੱਡ ਕੇ ਪਹਾੜਾਂ ਦੀਆਂ ਕੁਦਰਾਂ ਦੇ ਵਿੱਚ ਜਾ ਕੇ ਜਿਹੜੇ ਸਿੱਧ ਲੋਕ ਬੈਠ ਗਏ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਮੇਰ ਪਰਬਤ ਤੇ ਗਏ। ਸਮੇਰ ਪਰਬਤ ਤੇ ਜਦੋਂ ਗਏ ਆ ਉੱਥੇ ਜਾ ਕੇ ਜਦੋਂ ਸਿੱਧਾਂ ਦੇ ਨਾਲ ਵਿਚਾਰ ਹੋਈ ਆ
ਸਿੱਧਾਂ ਦੇ ਨਾਲ ਵਿਚਾਰ ਹੋਣ ਤੇ ਸਿੱਧਾਂ ਨੇ ਕਿਹਾ ਕਿ ਤੁਸੀਂ ਜਿਹੜਾ ਵਾ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਦੇ, ਤੁਸੀਂ ਜਿਹੜਾ ਵਾ ਗ੍ਰਸਤੀ ਜੋ। ਉਸ ਵਕਤ ਮੇਰੇ ਗੁਰਦੇਵ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਸਿੱਧਾਂ ਨੂੰ ਕਿਹਾ ਸੀ, ਤੁਸੀਂ ਗ੍ਰਸਤ ਧਰਮ ਨੂੰ ਮਾੜਾ ਕਹਿੰਦੇ ਜੋ, ਪਰ ਮੰਗਣ ਵੀ ਤੁਸੀਂ ਉਹਨਾਂ ਦੇ ਘਰਾਂ ਤੋਂ ਜਾਂਦੇ ਹੋ। ਪ੍ਰਸ਼ਾਦਾ ਜਿਹੜਾ ਵਾ ਤੁਸੀਂ ਆਪ ਤਾਂ ਤਿਆਰ ਨਹੀਂ ਕਰਦੇ, ਜਿਹੜਾ ਪ੍ਰਸ਼ਾਦਾ ਵਾ ਉਹ ਗ੍ਰਸਤੀ ਧਰਮਾਂ ਦੇ ਘਰਾਂ ਦੇ ਵਿੱਚੋਂ ਜਿਨ੍ਹਾਂ ਨੇ ਗ੍ਰਸਤ ਧਾਰਨ ਕੀਤਾ ਵਾ ਉਹਨਾਂ ਦੇ ਘਰੋਂ ਤੁਸੀਂ ਮੰਗਣ ਜਾਂਦੇ ਹੋ। ਆਪਣੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨਾ ਪਾਲ ਸਕਦੇ ਹੋਏ, ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨਾ ਨਿਭਾਉਂਦੇ ਹੋਏ, ਇਸ ਗੱਲ ਤੋਂ ਮੁਨਕਰ ਹੋ ਕੇ ਤੁਸੀਂ ਜਿਹੜਾ ਪਹਾੜਾਂ ਦੀਆਂ ਕੁੰਦਰਾਂ 'ਚ ਵੱਜ ਗਏ। ਸਮਾਂ ਆਪਣੀ ਚਾਲ ਚੱਲਦਾ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗ੍ਰਸਤ ਧਰਮ ਨੂੰ ਬੜਾ ਮਾਣ ਦਿੱਤਾ। ਸਮਾਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਆਇਆ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵੀ ਆਨੰਦ ਕਾਰਜ ਹੋਇਆ ਸੀ ਬਟਾਲੇ ਦੇ ਵਿੱਚ। ਇਸ ਗੱਲ ਵੱਲ ਮੈਂ ਨਾ ਜਾਵਾਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ। ਉਸ ਸਮੇਂ ਇੱਕ ਪ੍ਰਥਾ ਚੱਲਦੀ ਸੀ ਗੁਰਮੁਖੋ ਪਿਆਰਿਓ, ਕਿ ਜਦੋਂ ਪਤੀ ਚੜ੍ਹਾਈ ਕਰ ਜਾਂਦਾ ਸੀ ਨਾ, ਤੇ ਪਤੀ ਚੜ੍ਹਾਈ ਕਰਨ ਦੇ ਨਾਲ ਜਿਹੜੀ ਪਤਨੀ ਹੁੰਦੀ ਸੀ ਉਹਨੂੰ ਜਿੰਦਾ ਜਿਹੜਾ ਸੀ ਚਿਖਾ ਦੇ ਵਿੱਚ ਸੜਨਾ ਪੈਂਦਾ ਸੀ। ਉਸ ਪ੍ਰਥਾ ਨੂੰ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਤੀਸਰੇ ਸਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੰਦ ਕੀਤਾ। ਇਹ ਬਚਨ ਕਹੇ ਸੀ ਕਿ ਭਾਈ ਜਿਹਦੀ ਜਿੰਨੀ ਉਮਰ ਆ, ਜਿੰਨੇ ਸਵਾਸ ਆ, ਉਹ ਭੋਗ ਕੇ ਜਦੋਂ ਆਪਣਾ ਜੀਵਨ ਪੂਰਾ ਕਰ ਲੈਂਦਾ ਵਾ, ਆਰਜ਼ੂ ਪੂਰੀ ਕਰ ਲੈਂਦਾ ਵਾ, ਤੇ ਮਗਰ ਜਿਹੜੀ ਇਸਤਰੀ ਆ ਉਹ ਕਿਉਂ ਚਿਖਾ ਦੇ ਵਿੱਚ ਪਏ। ਇਸ ਪ੍ਰਥਾ ਨੂੰ ਜਿਹੜਾ ਸੀ ਬੰਦ ਕੀਤਾ। ਗੁਰਮੁਖੋ ਪਿਆਰਿਓ, ਉਸੇ ਸਥਾਨ ਦੇ ਉੱਤੇ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ। ਨਾਨਕੇ ਘਰ ਦੇ ਵਿੱਚ, ਨਾਨਕੇ ਘਰ ਦੇ ਵਿੱਚ ਪ੍ਰਕਾਸ਼ ਹੁੰਦਾ। ਇੱਕ ਦਿਨ ਕੀ ਹੋਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਿੜਦੇ ਗੁਰਮੁਖੋ ਪਿਆਰਿਓ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ ਆ। ਮੰਜੀ ਨੂੰ ਹਿਲਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ, ਜਦੋਂ ਇਹ ਪਤਾ ਕੀਤਾ ਕਿ ਕਿਹਨੇ ਮੰਜੀ ਹਿਲਾਈ ਆ, ਉਸ ਵਕਤ ਮੇਰੇ ਗੁਰਦੇਵ ਪਾਤਸ਼ਾਹ ਨੇ ਬਚਨ ਕੀਤੇ ਸਨ, ਦੋਤਾ ਬਾਣੀ ਕਾ ਬੋਤਾ। ਇਹ ਵਾਰ ਮੇਰੇ ਗੁਰਦੇਵ ਪਾਤਸ਼ਾਹ ਗੁਰੂ ਅੰਗਦ ਅਮਰਦਾਸ ਪਾਤਸ਼ਾਹ ਨੇ ਜਦੋਂ ਦੇ ਦਿੱਤੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਅੱਜ ਵੀ ਇਹ ਸਮਾਂ ਆਪਾਂ ਵੇਖਣਾ ਕਰਦੇ ਹਾਂ। ਕੋਈ ਚੰਗੇ ਖਾਨਦਾਨ ਦਾ ਮੁੰਡਾ ਹੋਵੇ ਨਾ, ਤੇ ਕੋਈ ਅਜੇ ਛੋਟਾ ਹੀ ਹੋਵੇ, ਭਾਵੇਂ ਚੰਗੀ ਜਾਇਦਾਦ ਹੋਵੇ, ਤੇ ਹਰ ਕੋਈ ਸੋਚਦਾ ਵਾ ਕਿ ਇਹਦੇ ਨਾਲ ਸਾਡਾ ਕੋਈ ਰਿਸ਼ਤਾ ਜੁੜ ਜਾਣਾ ਕਰੇ, ਇਹਦੇ ਨਾਲ ਸਾਡਾ ਕੋਈ ਰਿਸ਼ਤਾ ਜੁੜ ਜਾਵੇ ਕਿ ਸਾਡਾ ਜਿਹੜੀ ਆ ਬੱਚੀ ਸੁਖੀ ਰਹਿਣਾ ਕਰੂਗੀ। ਹੁਣ ਜਿਹੜੇ ਬਚਨ ਕਹਿ ਦਿੱਤੇ ਸਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ, ਦੋਤਾ ਬਾਣੀ ਕਾ ਬੋਤਾ, ਸੰਤਾਂ ਦੇ ਵਿੱਚ ਇਹ ਪ੍ਰਚਲਿਤ ਹੋ ਗਿਆ ਕਿ ਇਹਨਾਂ ਨੇ ਬਾਣੀ ਦਾ ਬੋਤਾ ਬਣਨਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਕਦੀ ਝੂਠੇ ਨਹੀਂ ਹੋ ਸਕਦੇ। ਤੇ ਗੁਰਮੁਖੋ ਪਿਆਰਿਓ, ਛੋਟੀ ਉਮਰ ਦੇ ਵਿੱਚ ਹੀ ਜਿਹੜਾ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਮੰਗਣੀ ਹੋ ਗਈ ਸੀ। ਮੰਗਣੀ ਦੇ ਵਿੱਚ ਵਿਚੋਲੇ ਕੌਣ ਸਨ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ 22 ਮੰਜੀਆਂ ਜਿਹੜੀਆਂ ਥਾਪੀਆਂ ਸਨ, ਜਿਹੜੇ 22 ਪ੍ਰਚਾਰਕ ਥਾਪੇ ਸਨ। ਉਹਨਾਂ ਦੇ ਵਿੱਚੋਂ ਸੀ ਗੁਰਮੁਖੋ ਪਿਆਰਿਓ ਇੱਕ ਬੰਦਾ ਵਾ ਰੰਗ ਸ਼ਾਹ। ਇਹ ਮਾਲਵੇ ਦੇ ਗੁਰਮੁਖੋ ਪਿਆਰਿਓ ਦੋ ਜਿਹੜੇ ਸਨ ਪ੍ਰਚਾਰਕ ਸਨ, ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਵਿਚੋਲੇ ਸਨ ਉਹ ਗੁਰਮੁਖੋ ਬਾਬਾ ਰਾਜਾ ਰਾਮ ਜੀ ਬਣੇ ਸਨ। ਇਸੇ ਤਰੀਕੇ ਦੇ ਨਾਲ ਛੋਟੀ ਉਮਰ ਦੇ ਵਿੱਚ ਜਿਹੜੀ ਸੀ ਮੰਗਣੀ ਹੋ ਜਾਂਦੀ ਆ। ਉਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਹਜ਼ੂਰੀ ਦੇ ਵਿੱਚ ਇੱਕ ਸਿੱਖ ਆਉਂਦਾ ਵਾ, ਜਿਹਦਾ ਨਾਂ ਇਤਿਹਾਸ ਦੇ ਵਿੱਚ ਭਾਈ ਮੰਝ ਆਉਂਦਾ, ਕਿਉਂਕਿ ਵਿਆਹ ਪੁਰਬ ਦੇ ਨਾਲ ਭਾਈ ਮੰਝ ਦਾ ਜਿਹੜਾ ਜ਼ਿਕਰ ਆਉਣਾ ਜ਼ਰੂਰੀ ਆ। ਕਿਉਂਕਿ ਜਿਹੜਾ ਆਪਾਂ ਪ੍ਰਸੰਗ ਸੁਣ ਰਹੇ ਸਨ ਕਿੱਲਾ ਪੁੱਟਣ ਵਾਲਾ, ਉਹਦੇ ਨਾਲ ਮੈਂ ਆਪ ਨੂੰ ਸਾਂਝ ਪਾਊਂਗਾ ਕਿ ਕਿੱਲਾ ਪੁੱਟਣ ਦਾ
ਕਾਰਨ ਕੀ ਬਣਿਆ? ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿੰਦੀਆਂ। ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਣਾ ਕਰਦੀ। ਉਸ ਵਕਤ ਭਾਈ ਮਾਝੀ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ, ਮੈਂ ਕੁਝ ਸਮਝਿਆ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਸਖੀ ਸਰਵਰ ਦੇ ਚੇਲੇ ਜੋ, ਤੁਹਾਡੇ ਵੱਡੇ ਵਡੇਰੇ ਜਿਹੜੇ ਆ ਉਹ ਸਖੀ ਸਰਵਰ ਨੂੰ ਮੰਨਦੇ ਆ। ਇਸ ਕਰਕੇ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਜਾਂ ਤਾਂ ਗੁਰੂ ਨਾਨਕ ਦੇ ਸਿੱਖ ਬਣਨਾ ਪਊਗਾ ਤੇ ਜਾਂ ਫਿਰ ਜਿਹੜਾ ਵਾ ਸਖੀ ਸਰਵਰ ਦੇ ਚੇਲੇ ਰਹਿਣਾ ਪਊਗੇ। ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਨਤੀ ਕੀਤੀ ਚਰਨਾਂ 'ਚ ਕਿ ਮੈਂ ਆਪ ਜੀ ਦੀ ਸਿੱਖੀ ਜਿਹੜੀ ਆ ਉਹ ਧਾਰਨ ਕਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਜਿਹੜਾ ਸਿੱਖੀ ਧਾਰਨ ਕਰਨੀ ਆ ਨਾ, ਸਿੱਖੀ ਇਕੱਲੀ ਕਹਿਣ ਦੇ ਨਾਲ ਨਹੀਂ ਕਮਾਈ ਜਾਣੀ। ਜਾਓ ਤੋ ਪ੍ਰੇਮ ਖੇਲਣ ਕਰ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰਿਜੈ, ਸਿਰ ਦੀਜੈ ਕਾਨ ਨਾ ਕੀਜੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਆਸ। ਇਸ ਕਰਕੇ ਇਹ ਬਚਨ ਜਦੋਂ ਪੜ੍ਹੇ ਗੁਰਮੁਖੋ ਪਿਆਰਿਓ, ਫਿਰ ਸਮਾਂ ਆਪਣੀ ਚਾਲ ਚੱਲਦਾ ਗਿਆ। ਭਾਈ ਮੰਝ ਨੇ ਗੁਰੂ ਘਰ ਦੀ ਸਿੱਖੀ ਜਿਹੜੀ ਸੀ ਉਹ ਧਾਰਨ ਕੀਤੀ। ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਜਿਹੜੀ ਸਖੀ ਸਰਵਰ ਦੀ ਜਗ੍ਹਾ ਵਾ ਢਾਹ ਦੇਣਾ ਕਰੋ। ਜਦੋਂ ਸਖੀ ਸਰਵਰ ਦੀ ਜਗ੍ਹਾ ਢਾਹ ਦਿੱਤੀ ਭਾਈ ਮੰਝ ਨੇ, ਕਿਉਂਕਿ ਭਾਈ ਮੰਝ ਦਾ ਪਹਿਲਾਂ ਬੜਾ ਤਕੜਾ ਕਾਰੋਬਾਰ ਸੀ। ਜਦੋਂ ਸਖੀ ਸਰਵਰ ਦੀ ਜਗ੍ਹਾ ਢਾਹ ਦਿੱਤੀ, ਹੁਣ ਜੇ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਹਾਂ ਤੇ ਗੁਰਮੁਖੋ ਪਿਆਰਿਓ ਪਰਚਾ ਵੀ ਤਾਂ ਪੈਣਾ ਹੀ ਆ, ਪਰਖ ਵੀ ਹੋਣੀ ਆ ਨਾ। ਰਾਮ ਭਗਤ ਜੀ ਬਖਸ਼ਿਸ਼ ਕਰਦੇ ਹਨ ਤੇ ਜਿਹੜੀ ਪ੍ਰਮਾਤਮਾ ਦੀ ਕਸਵੱਟੀ ਆ ਉੱਥੇ ਝੂਠਾ ਨਹੀਂ ਟਿਕਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਕਹਿੰਦੇ ਜਿਹੜੀ ਪ੍ਰਮਾਤਮਾ ਦੀ ਕਸਵੱਟੀ ਆ ਉੱਥੇ ਦਿਲੋਂ ਹੋਰ ਤੇ ਮਨੋਂ ਜੇ ਹੋਰ ਹੋਊਗਾ ਬੰਦਾ ਧੜਕ ਜਾਊਗਾ। ਜੇ ਅੰਦਰੋਂ ਤੇ ਬਾਹਰੋਂ ਇੱਕ ਹੋ ਗਿਆ ਉਹ ਫਿਰ ਪਾਸ ਹੋ ਜਾਣਾ ਕਰੂਗਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੈ ਪਾਈਏ। ਹੁਕਮ ਦੀ ਜਿਹੜੀ ਪਾਲਣਾ ਕਰੂਗਾ, ਜਿਹੜਾ ਹੁਕਮ ਮੰਨੂਗਾ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿੱਖੀ ਪ੍ਰਾਪਤ ਕਰ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਜਾ ਕੇ ਆਪਣੇ ਘਰ ਦੇ ਵਿੱਚੋਂ ਸਖੀ ਸਰਵਰ ਦੀ ਜਗ੍ਹਾ ਢਾਹ ਦਿੱਤੀ ਆ। ਸਮਾਂ ਗੁਰਮੁਖੋ ਪਿਆਰਿਓ ਬੜਾ ਨਜ਼ਦੀਕ ਆ, ਮੈਂ ਜ਼ਿਆਦਾ ਵਿਸਥਾਰ ਸਹਿਤ ਨਾ ਜਾਵਾਂ। ਭਾਈ ਮੰਝ ਦਾ ਜਿਹੜਾ ਇੱਥੋਂ ਤੱਕ ਸਮਾਂ ਆ ਗਿਆ ਤੇ ਪ੍ਰਸ਼ਾਦਾ ਖਾਣਾ ਵੀ ਜਿਹੜਾ ਸੀ ਮੁਸ਼ਕਲ ਹੋ ਗਿਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਰਖ ਕਰਨ ਵਾਸਤੇ ਗੁਰਮੁਖੋ ਪਿਆਰਿਓ ਕੀ ਕੀਤਾ ਤੇ ਇੱਕ ਪੱਤਰਕਾ ਭੇਜੀ, ਸਿੰਘ ਭੇਜਿਆ ਕਿ ਜਾਓ ਭਾਈ ਮੰਝ ਨੂੰ ਜਾ ਕੇ ਕਹੋ ਕਿ ਗੁਰੂ ਘਰ ਵਿੱਚ ਮਾਇਆ ਦੀ ਲੋੜ ਆ। ਭਾਈ ਮੰਝ ਜੀ ਨੇ ਗੁਰੂ ਦਾ ਹੁਕਮ ਮੰਨਦਿਆਂ ਹੋਇਆਂ ਭਾਈ ਮੰਝ ਦੀ ਘਰਦੀ ਦੇ ਕੋਲ ਜਿੰਨੇ ਗਹਿਣੇ ਸਨ ਸਾਰੇ ਵੇਚ ਕੇ ਜਿੰਨੀ ਮਾਇਆ ਚਾਹੀਦੀ ਸੀ ਉਹ ਮਾਇਆ ਜਿਹੜੀ ਸੀ ਗੁਰਮੁਖੋ ਪਿਆਰਿਓ ਗੁਰੂ ਘਰ ਵਿੱਚ ਭੇਜ ਦਿੱਤੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਭਾਈ ਮੰਝ ਜਿਹੜਾ ਸੀ ਗੁਰੂ ਘਰ ਵਿੱਚ ਜਿਹੜਾ ਨਵਾਜਿਆ ਗਿਆ। ਫਿਰ ਭਾਈ ਮੰਝ ਨੇ ਦੁਆਬੇ ਦੇ ਵਿੱਚ ਇੰਨਾ ਪ੍ਰਚਾਰ ਕੀਤਾ ਕਿ ਜਿੰਨੇ ਵੀ ਸਖੀ ਸਰਵਰ ਦੀਆਂ ਜਗ੍ਹਾ ਸਨ ਨਾ ਉਹ ਗੁਰਮੁਖੋ ਪਿਆਰਿਓ ਜਿਹੜੀਆਂ ਸਾਰੀਆਂ ਜਿਹੜੀਆਂ ਸੀ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਸਖੀ ਸਰਵਰ ਦਾ ਜਿਹੜਾ ਸੀ ਨਾਮੋ ਨਿਸ਼ਾਨ ਜਿਹੜਾ ਸੀ ਉਹ ਮਿਟਣਾ ਸ਼ੁਰੂ ਹੁੰਦਾ ਗਿਆ। ਤੇ ਇਸੇ ਗੱਲ ਦਾ ਕਰਕੇ ਫਿਰ ਉਧਰ ਗੁਰਮੁਖੋ ਪਿਆਰਿਓ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀਨ ਦੁਨੀਆ ਦੇ ਮਾਲਕ ਜਦੋਂ ਵਿਆਹਣ ਵਾਸਤੇ ਆਏ ਹਨ, ਉਸ ਵਕਤ ਕੀ ਆ, ਉਸ ਵਕਤ ਦਾ ਪ੍ਰਸੰਗ ਆਪਾਂ ਜਿਹੜਾ ਸਰਵਣ ਕਰਦੇ ਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਬਰਾਤ ਲੈ ਕੇ ਆਉਂਦੇ ਆ। ਅੱਜ ਆਪਾਂ ਦੁਕਾਨ ਤੇ ਜਾਂਦੇ ਆ, ਜਦੋਂ ਕੋਈ ਜੋੜਾ ਲੈਣਾ ਹੋਵੇ ਆਪਾਂ ਪਹਿਲਾਂ ਮੇਚਾ ਦੇ ਕੇ ਆਉਂਦੇ, ਜੇ ਬਣਾਉਣਾ ਵੀ ਹੋਵੇ ਤਾਂ ਕਹਿੰਦੇ ਕਿ ਆਪਾਂ ਮੇਚਾ ਦਿੰਦੇ, ਭਾਈ ਸਾਡਾ ਆਹ ਪੈਰ ਦਾ ਸਹਿਜ ਆ, ਇਸ ਪੈਰ ਦਾ ਸਾਨੂੰ ਸਹਿਜ ਦਾ ਜੋੜਾ ਬਣਾ ਕੇ ਦਿਓ। ਕਹਿੰਦੇ ਉੱਥੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵਾ ਬਾਬਾ ਮੱਲ ਜੀ ਦਾ। ਕਹਿੰਦੇ ਇਹ ਬਾਬਾ ਮੱਲ ਜੀ ਜਿਹੜੇ ਸਨ ਗੁਰੂ ਘਰ ਦੇ ਸ਼ਰਧਾਲੂ ਸਨ। ਇਹਨਾਂ ਦਾ ਕੰਮ ਸੀ ਜੁੱਤੀਆਂ ਗੰਢਣ ਦਾ।
ਕਹਿੰਦੇ ਕਿ ਨਾ ਕੋਈ ਮੇਚਾ ਲਿਆ ਵਾ, ਨਾ ਬਾਬਾ ਮੱਲ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗਏ ਆ, ਤੇ ਨਾ ਗੁਰੂ ਕੋ ਪਿਆਰੇ ਗੁਰੂ ਸਾਹਿਬ ਕਿਤੇ ਮਿਲੇ ਆ। ਤੇ ਇਸ ਬਾਬਾ ਮੱਲ ਜੀ ਨੇ ਕੀ ਕੀਤਾ ਸੀ, ਜੋੜਾ ਤਿਆਰ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ। ਜਦੋਂ ਜੋੜਾ ਤਿਆਰ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜੋੜਾ ਪਾਇਆ ਵਾ। ਜੋੜਾ ਪਾਉਣ ਦੇ ਨਾਲ ਜੋੜਾ ਇੰਨਾ ਫਿੱਟ ਆਇਆ, ਤੇ ਜਿੰਨਾ ਗੁਰਮੁਖੋ ਪਿਆਰ ਜਿੱਦਾਂ ਕਿਸੇ ਨੇ ਮੇਚਾ ਦੇ ਕੇ ਜਿਹੜਾ ਵਾ ਤਿਆਰ ਕੀਤਾ ਹੁੰਦਾ। ਉਸ ਤੋਂ ਉਪਰੰਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ। ਆਪਾਂ ਸਥਾਨ ਵੇਖਦੇ ਹਾਂ ਨਾ ਮਾਲੜੀ ਸਾਹਿਬ, ਉਸ ਸਥਾਨ ਦੇ ਉੱਤੇ ਗੁਰਮੁਖੋ ਪਿਆਰੋ ਫਿਰ ਕੀ ਹੋਇਆ, ਬਾਬਾ ਮੱਲ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਭਾਈ ਚੱਲ ਬਰਾਤੇ ਚੱਲੀਏ। ਤੇ ਉਸ ਵਕਤ ਬਾਬਾ ਮੱਲ ਜੀ ਕਹਿੰਦੇ ਮੈਂ ਤਾਂ ਗੈਂਟੀਏ ਦਾ ਰੋਗ ਆ, ਮੇਰੇ ਕੋਲ ਤਾਂ ਤੁਰਿਆ ਨਹੀਂ ਜਾਂਦਾ, ਮੈਨੂੰ ਇੱਕ ਪ੍ਰੋਬਲਮ ਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕੋਈ ਨਹੀਂ ਤੂੰ ਠੀਕ ਆ ਚੱਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਜਿਹੜੇ ਹੋਣ ਨਾਲ ਉਸ ਬਾਬਾ ਮੱਲ ਜੀ ਦਾ ਜਿਹੜਾ ਸੀ ਕਹਿੰਦੇ ਇਤਿਹਾਸ ਦੇ ਵਿੱਚ ਗੈਂਟੀਆ ਦੂਰ ਹੋ ਗਿਆ। ਅੱਜ ਵੀ ਮੈਨੂੰ ਦੱਸਦੇ ਆ ਗੁਰਮੁਖੋ ਪਿਆਰੋ, ਮੈਂ ਗਿਆ ਤਾਂ ਨਹੀਂ, ਕਹਿੰਦੇ ਅੱਜ ਵੀ ਸ਼ਨੀਵਾਰ ਵਾਲੇ ਦਿਨ ਜਿਹੜੇ ਆ ਉੱਥੇ ਗੈਂਟੀਏ ਦੇ ਰੋਗ ਵਾਲੇ ਜਿਹੜੇ ਜਾਂਦੇ ਆ, ਹੱਥਾਂ ਦੇ ਵਿੱਚ ਉਹਨਾਂ ਦੇ ਖੁੰਡੀਆਂ ਫੜੀਆਂ ਹੁੰਦੀਆਂ, ਹੱਥਾਂ ਦੇ ਵਿੱਚ ਤੁਰਿਆ ਨਹੀਂ ਜਾਂਦਾ ਕੁਝ ਉਹਨਾਂ ਕੋ। ਜਦੋਂ ਉੱਥੇ ਜਾ ਕੇ ਜਿਹੜਾ ਇਸ਼ਨਾਨ ਕਰਦੇ ਜਾਂ ਮੱਥਾ ਟੇਕਦੇ ਆ, ਉਹਨਾਂ ਦੇ ਗੁਰਮੁਖੋ ਪਿਆਰਿਓ ਗੈਂਟੀਏ ਦੇ ਰੋਗ ਜਿਹੜੇ ਆ ਉਹ ਦੂਰ ਹੋ ਜਾਂਦੇ ਆ। ਇਹ ਵਰ ਦਿੱਤਾ ਸੀ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਪਿਆਰਿਓ ਫਿਰ ਅੱਗੇ ਜਿਹੜਾ ਚੱਲਣਾ ਕਰਦੇ ਆ। ਕਈ ਨਗਰ ਹੁੰਦੇ ਆ ਜਿਹਨੂੰ ਗਮਟਾਲਾ ਕਹਿੰਦੇ ਆ, ਗਮਟਾਲੀ ਕਹਿੰਦੇ ਆ। ਇਹ ਦੋ ਨਗਰ ਸਨ ਜਿਹੜੇ ਗਮਟਾਲਾ ਤੇ ਗਮਟਾਲੀ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜਾ ਸੀ ਰੁਕਣ ਵਾਸਤੇ ਕਿਹਾ ਸੀ, ਪਰ ਗਮਟਾਲੇ ਦੇ ਨਗਰ ਦੇ ਲੋਕਾਂ ਨੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਜੀ ਨੂੰ ਜਗ੍ਹਾ ਨਹੀਂ ਸੀ ਦਿੱਤੀ। ਇਹ ਜਿਹੜਾ ਗਮਟਾਲਾ ਤੇ ਗਮਟਾਲੀ ਦੇ ਵਿੱਚ ਇੱਕ ਜਗ੍ਹਾ ਵਾ ਨਾ ਵਿਚਕਾਰ ਇੱਥੇ, ਉਸ ਜਗ੍ਹਾ ਤੇ ਪਹਿਲਾਂ ਪਿੰਡ ਵਸਦਾ ਸੀ। ਉੱਥੋਂ ਗੁਰਮੁਖੋ ਪਿੰਡ ਫਿਰ ਜਿਹੜਾ ਵਾ ਉੱਥੋਂ ਉੱਜੜ ਜਾਣਾ ਕਰਦਾ। ਸਮਾਂ ਆਪਣੀ ਚਾਲ ਜਿਹੜਾ ਸੀ ਚੱਲਦਾ ਗਿਆ। ਜਦੋਂ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗਏ, ਮੈਂ ਬਿਲਗੇ ਨਗਰ ਦੀ ਗੱਲ ਕਰ ਦੇਣਾ ਕਰਾਂ। ਉਸ ਬਿਲਗੇ ਨਗਰ ਦੇ ਵਿੱਚ ਜਿਹੜੀਆਂ ਗੁਰਮੁਖੋ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਵਾ, ਇੱਕ ਤੇਗਾ ਤੇ ਇੱਕ ਬੇਗਾ ਜਿਹੜੇ ਦੋ ਨਾਲ ਰਹਿਣਾ ਕਰਦੇ ਸਿੱਖ ਰਹਿੰਦੇ ਸਨ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਹੁੰਦਾ। ਇਹਨਾਂ ਨੇ ਗੁਰਮੁਖੋ ਪਿਆਰਿਓ 7 ਝੁੱਗੀਆਂ ਬਣਾਈਆਂ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਗਏ ਆ, ਉੱਥੇ ਰਹੇ। ਉੱਥੇ ਜਾ ਕੇ ਗੁਰਮੁਖੋ ਪਿਆਰਿਓ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਹਨ ਬੜੇ ਬਖਸ਼ਿਸ਼ਾਂ ਕੀਤੀਆਂ ਨਗਰ ਦੇ ਵਿੱਚ ਜਾ ਕੇ। ਜਦੋਂ ਨਗਰ ਦੇ ਵਿੱਚ ਜਾ ਕੇ ਬਖਸ਼ਿਸ਼ਾਂ ਕੀਤੀਆਂ ਤੇ ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਭਾਈ ਤੁਹਾਡੇ ਮੰਗਣਾ ਕਰੋ, ਕੀ ਮੰਗਦੇ ਜੋ। ਤੁਸੀਂ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਆ, ਬੜਾ ਤੁਸਾਂ ਨੇ ਜਿਹੜਾ ਵਾ ਸੰਗਤਾਂ ਦੀ ਸੇਵਾ ਕੀਤੀ ਆ, ਤੁਸੀਂ ਆ ਝੁੱਗੀਆਂ ਦੇ ਵਿੱਚ ਰਹਿੰਦੇ ਜੋ, ਤੁਹਾਡੇ ਪੱਕੇ ਘਰ ਬਣਾ ਦੇਣਾ ਕਰੀਏ। ਉਸ ਵਕਤ ਤੇਗੇ ਤੇ ਬੇਗੇ ਨੇ ਇਹ ਗੱਲ ਕਹੀ ਸੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪੈਸੇ ਦੀ ਕੋਈ ਕਮੀ ਨਹੀਂ, ਪੈਸਾ ਬੜਾ ਵਾ। ਉੱਥੇ ਗੁਰਮੁਖੋ ਪਿਆਰਿਓ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸੀ ਕਿ ਕਿਸੇ ਮਹਾਤਮਾ ਦੇ ਬਚਨ ਤੇ ਅਸੀਂ ਮੋੜ ਨਹੀਂ ਸਕਦੇ। ਅੱਗ ਤਾਂ ਜਿਹੜਾ ਵਾ ਹਰ ਸਾਲ ਲੱਗਿਆ ਕਰੂਗੀ, ਪਰ ਕੋਈ ਜਾਨੀ ਤੇ ਮਾਨੀ ਨੁਕਸਾਨ ਨਹੀਂ ਕਦੀ ਹੋਊਗਾ। ਅੱਜ ਵੀ ਦੱਸਦੇ ਆ ਗੁਰਮੁਖੋ ਪਿਆਰਿਓ, ਸਾਲ ਬਾਅਦ ਜਿਹੜਾ ਵਾ ਉਸ ਬਿਲਗੇ ਨਗਰ ਦੇ ਵਿੱਚ ਜਿਹੜੀ ਆ ਅੱਗ ਲੱਗਦੀ, ਕਦੀ ਸਿਲੰਡਰ ਫਟ ਗਿਆ, ਕਦੀ ਕੁੱਕਰ ਫਟ ਗਿਆ, ਕਦੀ ਕੋਈ ਹੋਰ ਨੁਕਸਾਨ ਹੋ ਗਿਆ, ਕਿਤੇ ਕਦੀ ਕੁਝ ਹੋ ਗਿਆ, ਪਰ ਕਿਸੇ ਦਾ ਜਾਨੀ ਤੇ ਮਾਨੀ ਜਿਹੜਾ ਵਾ ਕਦੀ 1 ਰੁਪਈਏ ਦਾ ਕਿਸੇ ਨੁਕਸਾਨ ਨਹੀਂ ਹੋਇਆ। ਜਦੋਂ ਗੁਰੂ ਸਾਹਿਬ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ, ਫਿਰ ਉਸ ਸਥਾਨ ਦੇ ਉੱਤੇ ਗੁਰਮੁਖੋ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਨਗਰ ਦੇ ਲੋਕਾਂ ਨੂੰ ਜਿਹੜਾ ਸੀ 10 ਨਿਸ਼ਾਨੀਆਂ ਜਿਹੜੀਆਂ ਸੀ ਦੇ ਕੇ ਗਏ ਸਨ। ਸਿਮਰਨਾ ਸੀ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਚੋੜਾ ਸੀ, ਕਿਉਂਕਿ ਉਸ ਨਗਰ ਦੇ ਜਿਹੜਾ ਤੇਗਾ ਤੇ ਬੇਗੇ ਨੇ ਕਿਹਾ ਸੀ ਕਿ ਤੁਸੀਂ ਆਪਣੇ ਵਸਤਰ ਜਿਹੜੇ ਆ ਨਾ ਉਹ ਸਾਨੂੰ ਜਿਹੜੇ ਦੇ ਦੇਣਾ ਕਰੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਇਹ ਵਸਤਰ ਪਾਉਣੇ ਆ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਸਾਡੀ ਕੀ ਹੈਸੀਅਤ ਆ ਕਿ ਅਸੀਂ ਆਪ ਜੀ ਦੇ ਵਸਤਰ ਪਾ ਸਕੀਏ। ਅਸੀਂ ਤਾਂ ਨਿਸ਼ਾਨੀ ਦੀ ਤੌਰ ਤੇ ਜਿਹੜਾ ਵਾ, ਬਖਸ਼ਿਸ਼ ਦੀ ਤੌਰ ਤੇ ਜਿਹੜਾ ਵਾ ਆਪ ਜੀ ਦੇ ਜਿਹੜੇ ਵਸਤਰ ਆ ਉਹ ਵਸਤਰਾਂ ਨੂੰ ਅਸੀਂ ਸਾਂਭ ਕੇ ਰੱਖਾਂਗੇ।